ਸਤਿ ਸ੍ਰੀ ਅਕਾਲ। ਐਲਡੀਡੀ ਟੀਵੀ ਦੇਖ ਰਹੇ ਦੋਸਤੋ, ਤੁਹਾਡਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ ਤੇ ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜੋ ਵੱਖ-ਵੱਖ ਜੌਬ ਓਰੀਐਂਟਲ ਪੇਪਰ ਹੁੰਦੇ ਨੇ, ਉਹ ਭਾਵੇਂ ਯੂਜੀਸੀ ਨੈਟ ਹੋਵੇ, ਮਾਸਟਰ ਕੇਡਰ ਹੋਵੇ ਜਾਂ ਪੰਜਾਬ ਪੁਲਿਸ ਹੋਵੇ, ਭਾਵ ਕੋਈ ਵੀ ਜੋ ਕਿੱਤਾਮੁਖੀ ਪੇਪਰ ਆ ਜਿਹਦੇ ਆਧਾਰ ਤੇ ਸਾਨੂੰ ਨੌਕਰੀ ਮਿਲ ਸਕਦੀ ਆ, ਉਹਨਾਂ ਦੀ ਤਿਆਰੀ ਅਸੀਂ ਕਰ ਰਹੇ ਹਾਂ। ਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਆ ਕਿ ਇਹ ਸਾਰੇ ਦੇ ਸਾਰੇ ਲੈਕਚਰ ਫ੍ਰੀ ਆਫ ਕਾਸਟ ਨੇ। ਤੁਸੀਂ ਕੋਈ ਵੀ ਫੀਸ ਕਿਸੇ ਨੂੰ ਵੀ ਨਹੀਂ ਦੇਣੀ। ਤੇ ਅਗਲੀ ਗੱਲ, ਇਹ ਸਾਰੇ ਦੇ ਸਾਰੇ ਲੈਕਚਰ ਹਵਾਲੇ ਸਹਿਤ, ਮਤਲਬ ਰੈਫਰੈਂਸ ਤੁਹਾਨੂੰ ਨਾਲੋਂ ਨਾਲ ਦਿੱਤਾ ਜਾਂਦਾ। ਜਿਸ ਵੀ ਰੈਫਰੈਂਸ ਦੀ ਗੱਲ ਹੁੰਦੀ ਆ, ਤੁਹਾਨੂੰ ਕਿਤਾਬ ਦਾ ਪੰਨਾ ਤੇ ਕਿਤਾਬ ਦਾ ਲੇਖਕ, ਇਹਦੇ ਬਾਰੇ ਗੱਲ ਕੀਤੀ ਜਾਂਦੀ ਆ। ਇਸ ਕਰਕੇ ਇਹਨਾਂ ਨੂੰ ਤੁਸੀਂ ਆਪਣੇ ਆਪ ਸੁਣਨਾ ਵੀ ਆ, ਆਪਣੇ ਦੋਸਤਾਂ, ਆਪਣੇ ਸਕੇ ਸੰਬੰਧੀਆਂ ਤੱਕ ਸ਼ੇਅਰ ਵੀ ਕਰਨਾ ਆ। ਤੁਹਾਡੇ ਕਮੈਂਟ ਵੀ ਬਹੁਤ ਕੀਮਤੀ ਨੇ ਤੇ ਤੁਸੀਂ ਕਮੈਂਟ ਵੀ ਜ਼ਰੂਰ ਕਰਿਆ ਕਰੋ ਲੈਕਚਰ ਸੁਣਨ ਤੋਂ ਬਾਅਦ। ਆਓ ਆਪਾਂ ਅੱਜ ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਵਿਧਾ ਦੇ ਉੱਪਰ ਗੱਲ ਕਰਦੇ ਹਾਂ, ਜਿਹਦਾ ਨਾਮ ਹੈਗਾ ਸਵੈ ਜੀਵਨੀ। ਤੇ ਸਵੈ ਜੀਵਨੀ ਦੇ ਤੁਸੀਂ ਇਹਨੂੰ ਆਟੋਬਾਇਓਗ੍ਰਾਫੀ ਅੰਗਰੇਜ਼ੀ ਵਿੱਚ ਕਹਿ ਸਕਦੇ ਹੋ, ਆਤਮ ਕਥਾ ਇਹਨੂੰ ਹਿੰਦੀ ਵਿੱਚ ਕਿਹਾ ਜਾਂਦਾ, ਆਪ ਬੀਤੀ ਵੀ ਕਿਹਾ ਜਾਂਦਾ, ਹੋਈ ਬੀਤੀ ਵੀ ਇਹਦਾ ਨਾਮ ਜਿਹੜਾ ਆ ਵੱਖ-ਵੱਖ ਵਿਦਵਾਨਾਂ ਵੱਲੋਂ ਲਿਆ ਜਾਂਦਾ ਆ। ਤੇ ਇਹ ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਅਹਿਮ ਵਿਧਾ ਆ, ਅਹਿਮ ਰੂਪ ਆਪਾਂ ਇਹਨੂੰ ਮੰਨਦੇ ਹਾਂ। ਤੇ ਸਵੈ ਜੀਵਨੀ ਚਿੱਤਰ, ਜੇ ਆਪਾਂ ਇਹਨੂੰ ਕੁਝ ਨੁਕਤਿਆਂ ਵਿੱਚ ਕਹਿਣਾ ਹੋਵੇ ਤਾਂ ਸਵੈ ਜੀਵਨੀ ਚਿੱਤਰ ਸਵੈ ਜੀਵਨੀ ਨੂੰ ਮੰਨਿਆ ਜਾਂਦਾ ਆ। ਹੁਣ ਆਪਾਂ ਕਥਨ ਲੈਂਦੇ ਹਾਂ, ਕਿਉਂਕਿ ਹਵਾਲੇ ਤੋਂ ਬਿਨਾਂ ਆਪਾਂ ਗੱਲ ਨਹੀਂ ਕਰਦੇ ਹਮੇਸ਼ਾ, ਇਹ ਆਪਣਾ ਪਹਿਲਾ ਨੁਕਤਾ ਰਿਹਾ ਆ। ਤੇ ਪੱਛਮੀ ਵਿਦਵਾਨ ਰਾਏ ਪਾਸਕਲ ਆਪਣੀ ਕਿਤਾਬ ਡਿਜ਼ਾਈਨ ਐਂਡ ਟਰੁਥ ਇਨ ਆਟੋਬਾਇਓਗ੍ਰਾਫੀ ਦੇ ਪੰਨਾ ਨੰਬਰ 2 ਦੇ ਉੱਪਰ ਲਿਖਦਾ, ਨੋਟ ਕਰਿਓ ਕਥਨ ਆ, ਮੈਂ ਹੂਬਹੂ ਪੜ੍ਹਨ ਲੱਗਾ। ਵਾਰਤਕ ਸਾਹਿਤ ਦੇ ਕਈ ਰੂਪਾਂ ਵਿੱਚੋਂ ਸਵੈ ਜੀਵਨੀ ਹੀ ਇੱਕ ਅਜਿਹਾ ਸਾਹਿਤ ਰੂਪ ਹੈ ਜਿਸ ਵਿੱਚ ਕੋਈ ਲੇਖਕ ਆਪਣੇ ਆਪੇ, ਮਤਲਬ ਸੈਲਫ, ਅਤੇ ਆਪਣੇ ਅਨੁਭਵਾਂ ਨੂੰ ਵਿਅਕਤ ਅਥਵਾ ਪ੍ਰਗਟ ਕਰਦਾ ਹੈ। ਇਹ ਕਥਨ ਪੱਛਮੀ ਵਿਦਵਾਨ ਰੋਏ ਪਾਸਕਲ ਦਾ ਲਿਖਿਆ ਹੋਇਆ ਆ। ਨੋਟ ਕਰ ਲਿਆ ਜੀ, ਬਹੁਤ ਅਹਿਮ ਆ। ਤੇ ਅਗਲਾ ਆਪਾਂ ਅੱਗੇ ਤੁਰਦੇ ਹਾਂ, ਕਿਉਂਕਿ ਕਥਨ ਜ਼ਰੂਰ ਨੋਟ ਕਰੀ ਜਾਇਓ। ਇਹ ਵਿਦਵਾਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਪੇਪਰਾਂ ਵਿੱਚ ਅਕਸਰ ਪੁੱਛੀਆਂ ਜਾਂਦੀਆਂ ਨੇ। ਪੰਜਾਬੀ ਸਾਹਿਤ ਦਾ ਆਧੁਨਿਕ ਆਲੋਚਕ ਜਿਹੜਾ ਆ ਡਾਕਟਰ ਸਤਿੰਦਰ ਸਿੰਘ, ਉਹਨੇ ਜੋ ਕਿਹਾ ਉਹ ਕਥਨ ਵੀ ਮੈਂ ਹੂਬਹੂ ਪੜ੍ਹਨ ਲੱਗਾ ਆ। ਨੋਟ ਕਰਿਓ, ਸਵੈ ਜੀਵਨੀ ਕਿਸੇ ਵਿਅਕਤੀ ਵਿਸ਼ੇਸ਼ ਦੇ ਜੀਵਨ ਦਾ ਬਿਰਤਾਂਤ ਹੈ। ਹੁਣ ਸਤਿੰਦਰ ਸਿੰਘ ਕਹਿ ਰਹੇ ਨੇ ਕਿ ਸਵੈ ਜੀਵਨੀ ਕਿਸੇ ਵਿਅਕਤੀ ਵਿਸ਼ੇਸ਼ ਦੇ ਜੀਵਨ ਦਾ ਬਿਰਤਾਂਤ ਹੈ, ਜਿਸ ਵਿੱਚ ਲੇਖਕ ਆਪਣੇ ਵਿਅਕਤੀਤਵ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਬੀਤ ਚੁੱਕੇ ਜੀਵਨ ਦਾ ਪੁਨਰ ਨਿਰਮਾਣ ਕਰਦਾ ਹੈ। ਉਹ ਆਪਣੇ ਜੀਵਨ ਤਜਰਬਿਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਪੇਸ਼ ਕਰਦਾ ਹੈ। ਇਹਨਾਂ ਨੇ ਬਹੁਤ ਡੂੰਘੀਆਂ ਗੱਲਾਂ ਕਹੀਆਂ ਨੇ। ਇਸ ਟਿੱਪਣੀ ਨੂੰ ਤੁਸੀਂ, ਇਸ ਕਥਨ ਨੂੰ ਤੁਸੀਂ ਜ਼ਰੂਰ ਨੋਟ ਕਰਿਓ ਤੇ ਹਵਾਲਾ ਨੋਟ ਕਰੋ ਜੀ। ਇਹ ਕਿਤਾਬ ਤੇਜਾ ਸਿੰਘ ਦੀ ਵਾਰਤਕ ਕਲਾ ਪੁਸਤਕ ਦਾ ਨਾਮ ਆ। ਇਸ ਪੁਸਤਕ ਦੇ ਸੰਪਾਦਕ ਬਿਕਰਮ ਸਿੰਘ ਘੁੰਮਣਿਆ। ਤੇ ਇਹਦੇ ਵਿੱਚ ਲੇਖ ਜਿਹੜਾ ਲਿਖਿਆ ਗਿਆ ਆ, ਕਿਉਂਕਿ ਸੰਪਾਦਿਤ ਹੋਈ ਕਿਤਾਬ ਆ ਤਾਂ ਵੱਖ-ਵੱਖ ਲੇਖਕਾਂ ਵੱਲੋਂ ਲੇਖ ਲਿਖੇ ਗਏ ਨੇ ਇਸ ਪੁਸਤਕ ਦੇ ਵਿੱਚ। ਤੇ ਆਪਾਂ ਡਾਕਟਰ ਸਤਿੰਦਰ ਸਿੰਘ ਦੇ ਲਿਖੇ ਹੋਏ ਲੇਖ ਜੋ ਪੰਨਾ ਨੰਬਰ 148 ਦੇ ਉੱਪਰ ਆ, ਉਹ ਕਥਨ ਪੜ੍ਹਿਆ ਆ। ਉਹ ਆਪਾਂ ਉਹਨਾਂ ਦੀ ਕਹੀ ਹੋਈ ਗੱਲ ਨੂੰ ਇੱਥੇ ਕੋਡ ਕੀਤਾ ਆ। ਠੀਕ ਹੈ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇਹਨੂੰ ਕੋਡ ਕਰਕੇ ਸਮਝਣ ਦੀ ਕੋਸ਼ਿਸ਼ ਕਰੋਗੇ। ਤੇ ਆਓ ਆਪਾਂ ਅੱਗੇ ਤੁਰਦੇ ਹਾਂ। ਆਧੁਨਿਕ ਹਿੰਦੀ ਕਾ ਜੀਵਨ ਪਰਖ ਸਾਹਿਤਯ ਪੁਸਤਕ ਦਾ ਨਾਮ ਆ, ਦੇ ਪੰਨਾ ਨੰਬਰ 14 ਉੱਤੇ ਹਿੰਦੀ ਆਲੋਚਕ ਡਾਕਟਰ ਸ਼ਾਂਤੀ ਖੰਨਾ ਦਾ ਵਿਚਾਰ ਮੈਂ ਹੂਬਹੂ ਪੜ੍ਹਨ ਲੱਗਾ ਆ। ਇਹ ਵੀ ਨੋਟ ਕਰ ਲਿਓ, ਬਹੁਤ ਅਹਿਮ ਆ। ਆਤਮ ਕਥਾ ਗੱਦ ਦਾ ਉਹ ਰੂਪ ਹੈ। ਹੁਣ ਗੱਦ ਕੀ ਹੁੰਦਾ ਆ? ਗੱਦ ਹੁੰਦਾ ਵਾਰਤਕ। ਜੇ ਆਪਾਂ ਹਿੰਦੀ ਵਿੱਚ ਬੋਲਾਂਗੇ ਫਿਰ ਗੱਦ ਆਊਗਾ, ਜੇ ਆਪਾਂ ਪੰਜਾਬੀ 'ਚ ਬੋਲਾਂਗੇ ਫਿਰ ਵਾਰਤਕ ਆਊਗਾ, ਜੇ ਆਪਾਂ ਉਰਦੂ ਵਿੱਚ ਕਹਾਂਗੇ ਤਾਂ ਫਿਰ ਨਸਰ ਆਊਗਾ, ਤੇ ਜੇ ਆਪਾਂ ਅੰਗਰੇਜ਼ੀ ਵਿੱਚ ਕਹਾਂਗੇ ਤਾਂ ਫਿਰ ਪ੍ਰੋਜ਼ ਆਊਗਾ। ਠੀਕ ਹੈ ਜੀ, ਇਹ ਵਾਰਤਕ ਦੇ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਨਾਮ ਆ। ਕਹਿ ਸਕਦੇ ਆ ਕਿ ਵੱਖੋ ਵੱਖਰੀਆਂ ਭਾਸ਼ਾਵਾਂ ਜੋ ਕਹਿੰਦੇ ਆ ਉਹ ਤੁਸੀਂ ਹੁਣ ਨੋਟ ਕੀਤਾ, ਸ਼ਾਬਾਸ਼। ਆਤਮ ਕਥਾ ਗੱਦ ਦਾ ਉਹ ਰੂਪ ਹੈ
ਜਿਸ ਵਿੱਚ ਲੇਖਕ ਵਿਅਕਤੀਗਤ ਜੀਵਨ ਦੇ ਵਿਵੇਚਨ ਤੇ ਵਿਸ਼ਲੇਸ਼ਣ ਨਿਰਸੰਕੋਚ ਰੂਪ ਨਾਲ ਕਰਦਾ ਹੈ। ਇਸ ਦੇ ਨਾਲ ਹੀ ਉਹ ਬਾਹਰੀ ਵਿਸ਼ਵ ਨਾਲ ਸੰਬੰਧਿਤ ਮਾਨਸਿਕ ਕਿਰਿਆਵਾਂ ਪ੍ਰਤੀਕਿਰਿਆਵਾਂ ਦਾ ਵਿਵੇਚਨ ਵੀ ਕਲਾਤਮਕ ਰੂਪ ਨਾਲ ਕਰਦਾ ਹੈ। ਇਹ ਕਥਨ ਹਿੰਦੀ ਦੇ ਆਲੋਚਕ ਡਾਕਟਰ ਸ਼ਾਂਤੀ ਖੰਨਾ ਦਾ ਆ। ਠੀਕ ਹੈ ਜੀ, ਜਿਹੜੀਆਂ ਗੱਲਾਂ ਇਹਨਾਂ ਨੇ ਆਪਣੇ ਕਥਨਾਂ ਵਿੱਚ ਕਹੀਆਂ ਨੇ ਅਸਲ ਵਿੱਚ ਉਹੀ ਕਿਸੇ ਵੀ ਸਵੈ ਜੀਵਨੀ ਜਾਂ ਰਚਨਾ ਜਾਂ ਸਾਹਿਤ ਵਿਧਾ ਦਾ ਵਿਸ਼ੇਸ਼ਤਾ ਗੁਣ ਲੱਛਣ ਹੁੰਦੇ ਆ। ਚਲੋ ਅੱਗੇ ਤੁਰਦੇ ਹਾਂ ਜੀ। ਸਾਹਿਤ ਸਮਾਚਾਰ ਵਾਰਤਕ ਅੰਕ ਦੇ ਪੰਨਾ ਨੰਬਰ 269 ਦੇ ਉੱਪਰ ਪੰਜਾਬੀ ਆਲੋਚਕ ਅਤੇ ਸਾਹਿਤਕਾਰ ਡਾਕਟਰ ਗੁਰਚਰਨ ਸਿੰਘ ਦਾ ਕਥਨ ਵੀ ਆਪਾਂ ਹੁਣ ਇੱਥੇ ਇੱਕ ਵਾਰੀ ਵਿਚਾਰ ਲਈਏ। ਡਾਕਟਰ ਗੁਰਚਰਨ ਸਿੰਘ ਜੀ ਲਿਖਦੇ ਆ, ਸਵੈ ਜੀਵਨੀ ਨਾਇਕ ਦੇ ਆਪਣੇ ਮੂੰਹੋਂ। ਨਾਇਕ ਕੌਣ ਆ? ਸਵੈ ਜੀਵਨੀਕਾਰ ਜੋ ਆਪਣੇ ਬਾਰੇ ਲਿਖ ਰਿਹਾ। ਸਵੈ ਜੀਵਨੀ ਨਾਇਕ ਦੇ ਆਪਣੇ ਮੂੰਹੋਂ ਬਿਆਨ ਕੀਤਾ ਗਿਆ ਆਪਣਾ ਜੀਵਨ ਇਤਿਹਾਸ ਹੈ। ਇਸ ਵਿੱਚ ਲੇਖਕ ਆਪਣੇ ਅੱਖਰੀ ਰੂਪ ਦੇਣ ਦਾ ਉਪਰਾਲਾ ਕਰਦਾ ਹੈ। ਇਸ ਵਿੱਚ ਨਾਇਕ ਲੇਖਕ ਉੱਤਮ ਪੁਰਖ ਵਿੱਚ, ਉੱਤਮ ਪੁਰਖ ਕਿਹੜਾ ਹੁੰਦਾ? ਫਾਸਟ ਪਰਸਨ ਅੰਗਰੇਜ਼ੀ ਦੇ ਵਿੱਚ ਪਹਿਲਾ ਪੁਰਖ, ਜਿਹਨੂੰ ਆਪਾਂ ਮੈਂ ਕਹਿੰਦੇ ਆ ਕਿ ਮੈਂ ਸ਼ੈਲੀ, ਮੈਂ ਆਹ ਕੀਤਾ, ਮੈਂ ਉਹ ਕੀਤਾ, ਇਸ ਸ਼ੈਲੀ ਦੇ ਵਿੱਚ ਜਦੋਂ ਲੇਖਕ ਲਿਖਦਾ ਆ ਉਹਨੂੰ ਕਿਹਾ ਜਾਂਦਾ ਉੱਤਮ ਪੁਰਖ। ਇਸ ਵਿੱਚ ਨਾਇਕ ਜਾਂ ਲੇਖਕ ਉੱਤਮ ਪੁਰਖ ਵਿੱਚ ਉਹਨਾਂ ਕੁਝ ਘਟਨਾਵਾਂ ਤੇ ਲੱਛਣਾਂ ਨੂੰ ਉਲੀਕਣ ਤੇ ਉਹਨਾਂ ਦਾ ਮਹੱਤਵ ਉਘਾੜਨ ਦਾ ਇਸ਼ਕ ਹੁੰਦਾ ਹੈ, ਜਿਨ੍ਹਾਂ ਨੇ ਉਸ ਲੇਖਕ ਨੂੰ ਉਹ ਕੁਝ ਬਣਾਇਆ ਹੁੰਦਾ ਹੈ ਜਾਂ ਉਹ ਕੁਝ ਬਣਨ ਵਿੱਚ ਸਹਾਇਤਾ ਕੀਤੀ ਜੋ ਕੁਝ ਕਿ ਉਹ ਹੈ। ਇਹ ਕਥਨ ਜਿਹੜਾ ਆ ਪੰਜਾਬੀ ਦੇ ਬੜੇ ਵੱਡੇ ਵਿਦਵਾਨ ਸਾਹਿਤਕਾਰ ਡਾਕਟਰ ਗੁਰਚਰਨ ਸਿੰਘ ਦਾ ਆ। ਇਹਨੂੰ ਤੁਸੀਂ ਨੋਟ ਕਰ ਲਵੋ। ਬਹੁਤ ਬੜੀਆਂ ਚੰਗੀਆਂ ਸ਼ਾਨਦਾਰ ਗੱਲਾਂ ਉਹਨਾਂ ਨੇ ਇਹਦੇ ਵਿੱਚ ਕਹੀਆਂ ਨੇ। ਆਪਾਂ ਹੁਣ ਅੱਗੇ ਤੁਰਦੇ ਹਾਂ ਜੀ। ਸਵੈ ਜੀਵਨੀ ਜਿਹੜੀ ਆ ਨਾ, ਇਹ ਵਾਰਤਕ ਦਾ ਇੱਕ ਰੂਪ ਆ, ਇਹ ਤੁਸੀਂ ਨੋਟ ਕਰ ਲਓ ਨੁਕਤਿਆਂ ਵਿੱਚ। ਦੂਜੀ ਗੱਲ, ਸਵੈ ਜੀਵਨੀਕਾਰ ਆਪਣੇ ਅਤੀਤ ਦੀ ਪੁਨਰ ਸਿਰਜਣਾ ਕਰਦਾ ਆ। ਆਪਣੇ ਅਤੀਤ ਦੀ, ਆਪਣੇ ਬੀਤੇ ਹੋਏ ਸਮੇਂ ਦੀ ਪੁਨਰ ਸਿਰਜਣਾ ਕਰਦਾ ਹੈ। ਅਗਲੀ ਗੱਲ, ਲੇਖਕ ਉੱਤਮ ਸ਼ੈਲੀ ਵਿੱਚ ਆਪਣੇ ਜੀਵਨ ਅਨੁਭਵ ਤੇ ਜੀਵਨ ਘਟਨਾਵਾਂ ਨੂੰ ਪੂਰੇ ਸਮਾਜਿਕ ਸੰਦਰਭ ਵਿੱਚ ਪੇਸ਼ ਕਰਦਾ ਹੈ। ਇਹ ਨੁਕਤਾ ਵੀ ਬਹੁਤ ਅਹਿਮ ਆ, ਨੋਟ ਕਰ ਲਵੋ। ਤੇ ਅਗਲਾ ਨੁਕਤਾ, ਸਵੈ ਜੀਵਨੀ ਦਾ ਮਹੱਤਵ ਇੱਕ ਪਾਸੇ ਵਿਸ਼ੇ ਵਸਤੂ ਭਾਵ ਨਾਇਕ ਦੇ ਵਿਅਕਤੀਤਵ ਦੀ ਵਿਰਾਟਤਾ, ਵਿਰਾਟ ਬਹੁਤ ਖੁੱਲ੍ਹੇ ਪੱਧਰ ਤੇ ਵਿਚਿੱਤਰਤਾ ਤੇ ਆਧਾਰਿਤ ਹੁੰਦਾ ਹੈ, ਅਤੇ ਦੂਜੇ ਪਾਸੇ ਲੇਖਕ ਦਾ ਨਿਭਾਅ, ਕਿੰਨੇ ਕੁ ਨਿਭਾਅ ਨਾਲ ਉਹਨੇ ਆਪਣੀ ਸਵੈ ਜੀਵਨੀ ਲਿਖੀ ਆ ਅਤੇ ਲਿਖਣ ਸ਼ੈਲੀ ਦੇ ਉੱਪਰ ਨਿਰਭਰ ਕਰਦਾ ਹੈ। ਇਸ ਕਰਕੇ ਇਹ ਦੋਨੇ ਚੀਜ਼ਾਂ ਬੜੀਆਂ ਜ਼ਰੂਰੀ ਆ ਕਿ ਵਿਅਕਤੀ ਜਿਹੜਾ ਲੇਖਕ ਵਾ ਉਹ ਆਪਣਾ ਨਾਇਕਤਵ ਕਿੰਨਾ ਕੁ ਪੇਸ਼ ਕਰ ਸਕਿਆ ਤੇ ਉਹ ਲਿਖਣ ਵਿੱਚ ਕਿੰਨਾ ਕੁ ਸਫਲ ਹੋਇਆ। ਇਹ ਸਵੈ ਜੀਵਨੀ ਦੀ ਸਫਲਤਾ ਦਾ ਪ੍ਰਮੁੱਖ ਲੱਛਣ ਆ। ਅੱਗੇ ਤੁਰਦੇ ਹਾਂ ਜੀ। ਸਵੈ ਜੀਵਨੀ ਦਾ ਕਰਤਾ ਲੇਖਕ ਮਤਲਬ ਆਪਣੇ ਜੀਵਨ ਰਹੱਸ ਦੱਸ ਰਿਹਾ ਹੁੰਦਾ ਆ ਸਵੈ ਜੀਵਨੀ ਦੇ ਵਿੱਚ, ਤੇ ਸਵੈ ਜੀਵਨੀ ਵਿੱਚ ਆਪ ਹੰਢਾਏ ਅਤੇ ਭੋਗੇ ਪਲਾਂ ਦੀ ਪੁਨਰ ਉਸਾਰੀ ਕੀਤੀ ਜਾਂਦੀ ਹੈ। ਇਹ ਬਹੁਤ ਜ਼ਰੂਰੀ ਚੀਜ਼ ਆ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਵਾਰ-ਵਾਰ ਤਾਂ ਕਿ ਤੁਹਾਨੂੰ ਭੁੱਲੇ ਨਾ। ਇਹ ਬਹੁਤ ਵਾਰ ਪੁੱਛਿਆ ਜਾਂਦਾ। ਸਵੈ ਜੀਵਨੀ ਨਿੱਜੀ ਜੀਵਨ ਦਾ ਬਿਊਰਾ ਹੈ। ਕੋਡ ਕਰ ਲਵੋ, ਇਹ ਨੁਕਤਿਆਂ ਵਿੱਚ ਆਉਂਦਾ ਕਿ ਨਿੱਜੀ ਜੀਵਨ ਦਾ ਬਿਊਰਾ ਕੀ ਹੈ, ਤਾਂ ਉੱਤਰ ਆਊਗਾ ਜੀ ਸਵੈ ਜੀਵਨੀ, ਜੋ ਕਰਤਾ ਵੱਲੋਂ ਖੁਦ ਹੀ ਲਿਖਿਆ ਜਾਂਦਾ ਹੈ। ਕੋਡ ਕਰ ਲਵੋ ਇਹਨੂੰ ਵੀ ਕਿ ਉਹ ਕਿਹੜੀ ਚੀਜ਼ ਹੈ ਜੋ ਕਰਤਾ ਵੱਲੋਂ ਖੁਦ ਲਿਖੀ ਜਾਂਦੀ ਹੈ, ਤਾਂ ਉੱਤਰ ਆਊਗਾ ਸਵੈ ਜੀਵਨੀ, ਆਟੋਬਾਇਓਗ੍ਰਾਫੀ। ਤੇ ਸਵੈ ਜੀਵਨੀ ਅੰਤਰ ਜਾਂ ਅੰਦਰ, ਇਹਨੂੰ ਤੁਸੀਂ ਅੰਤਰ ਵੀ ਕਹਿ ਸਕਦੇ ਹੋ, ਅੰਦਰ ਵੀ ਕਹਿ ਸਕਦੇ ਹੋ। ਸਵੈ ਜੀਵਨੀ ਅੰਦਰ ਝਾਤ ਪਾਉਣ ਦਾ ਬਿਰਤਾਂਤ ਹੈ। ਵੈਰੀ ਇੰਪੋਰਟੈਂਟ। ਹੁਣ ਪ੍ਰਸ਼ਨ ਆਉਂਦਾ ਕਿ ਅੰਦਰ ਝਾਤ ਪਾਉਣ ਦਾ ਬਿਰਤਾਂਤ ਕਿਹੜੀ ਵਿਧਾ ਹੈ, ਤਾਂ ਉੱਤਰ ਆਊਗਾ ਸਵੈ ਜੀਵਨੀ, ਜਿਸ ਦੁਆਰਾ ਲੇਖਕ ਸਵੈ ਪੜਚੋਲ ਦੀ ਲਾਲਸਾ ਰੱਖਦਾ ਹੈ। ਹੁਣ ਸਵੈ ਜੀਵਨੀ ਸਵੈ ਪੜਚੋਲ ਦੀ ਚੀਜ਼ ਵੀ ਹੈਗੀ ਆ, ਕਿਉਂਕਿ ਕਵੀ ਲੇਖਕ ਸਵੈ ਜੀਵਨੀਕਾਰ ਆਪਣੇ ਆਪ ਨੂੰ ਪੜਚੋਲਦਾ ਆ, ਆਪਣੇ ਆਪ ਨੂੰ ਘੋਖਦਾ ਆ, ਤਾਂ ਇਹ ਸਵੈ ਪੜਚੋਲ ਦੀ ਜਿਹੜੀ ਕਹਾਣੀ ਆ, ਗਾਥਾ ਆ, ਉਹਨੂੰ ਵੀ ਪ੍ਰਗਟ ਕਰਦੀ ਆ।
ਅੱਗੇ ਤੁਰੋ। ਸਵੈ ਜੀਵਨੀ ਮਨੁੱਖ ਦੀ ਆਪਣੀ ਛਾਇਆ ਹੈ। ਵੈਰੀ ਇੰਪੋਰਟੈਂਟ। ਸਵੈ ਜੀਵਨੀ ਮਨੁੱਖ ਦੀ ਆਪਣੀ ਛਾਇਆ ਹੈ, ਜਿਹੜੀ ਯਾਦਾਂ ਦੀ ਰੰਗੀਨ ਧੁੰਦ ਉੱਤੇ ਪੈਂਦੀ ਰਹਿੰਦੀ ਹੈ। ਹੁਣ ਇਹ ਚੀਜ਼ ਜਿਹੜੀ ਆ ਮੈਨੂੰ ਲੱਗਦਾ ਕਿਤੇ ਤੁਹਾਨੂੰ ਸ਼ਾਇਦ ਨਾ ਮਿਲੇ, ਇਹ ਵੀ ਤੁਸੀਂ ਆਪਣੇ ਨੋਟਸ ਦਾ ਹਿੱਸਾ ਬਣਾ ਲਓ। ਅੱਗੇ ਤੁਰਦੇ ਹਾਂ ਜੀ। ਸਵੈ ਜੀਵਨੀ ਸਵੈ ਪ੍ਰਕਾਸ਼ ਦਾ ਸਾਹਿਤ ਹੈ। ਸਵੈ ਜੀਵਨੀ ਸਵੈ ਪ੍ਰਕਾਸ਼ ਦਾ ਸਾਹਿਤ ਹੈ, ਮਤਲਬ ਕਿ ਹਰ ਬੰਦਾ ਆਪਣੇ ਅੰਤਰ ਨੂੰ ਘੋਖ ਕੇ ਜੋ ਲਿਖਦਾ ਆ, ਜੋ ਉਹਨੂੰ ਪ੍ਰਕਾਸ਼ਮਾਨ ਹੁੰਦਾ ਆ, ਉਹੀ ਉਹਦਾ ਸਵੈ ਪ੍ਰਕਾਸ਼ ਇਸ ਸਵੈ ਜੀਵਨੀ ਦੇ ਵਿੱਚ ਰਚਿਆ ਜਾਂਦਾ ਆ। ਸਵੈ ਜੀਵਨੀ ਇੱਕ ਖਾਸ ਸਮੇਂ ਤੇ ਕੀਤੀ ਗਈ ਸਵੈ ਪੜਚੋਲ ਹੈ, ਜਿਹੜੀ ਬੀਤੇ ਤੇ ਵਰਤਮਾਨ ਵਿੱਚ ਸੰਬੰਧ ਸਥਾਪਿਤ ਕਰਦੀ ਹੈ। ਵੈਰੀ ਇੰਪੋਰਟੈਂਟ। ਹੁਣ ਇੱਕ ਲੇਖਕ ਵਾ, ਉਹ ਬੀਤੇ ਹੋਏ ਸਮੇਂ ਦੀਆਂ ਕੜੀਆਂ ਵੀ ਜੋੜਦਾ ਆ, ਤੇ ਉਹ ਕੜੀਆਂ ਜੋੜਦਾ ਲੜੀ ਵਰਤਮਾਨ ਦੇ ਵਿੱਚ ਵੀ ਲੈ ਆਉਂਦਾ ਆ। ਇਸ ਕਰਕੇ ਇਹ ਸਹਿਜ ਸੰਬੰਧ ਸਿਰਜਣ ਵਾਲੀ ਇੱਕ ਕੜੀ ਆ। ਠੀਕ ਹੈ ਜੀ। ਤੇ ਸਵੈ ਜੀਵਨੀ 'ਚ ਲੇਖਕ ਨੂੰ ਆਪਣੀ ਜੀਵਨ ਕਹਾਣੀ ਨੂੰ ਵਿਅਕਤ ਕਰਦਿਆਂ ਜਿਨ੍ਹਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਨੋਟ ਕਰੋ। ਸੰਜਮ ਤੇ ਕੁਸ਼ਲਤਾ ਤੋਂ ਕੰਮ ਲੈਣਾ ਚਾਹੀਦਾ ਆ। ਲੇਖਕ ਆਪਣੀ ਸਮਾਜਿਕ ਸਥਿਤੀ, ਪ੍ਰਾਪਤੀਆਂ ਤੇ ਜੀਵਨ ਦਰਸ਼ਨ ਨੂੰ ਆਧਾਰ ਬਣਾ ਕੇ ਵਿਉਂਤ ਤਿਆਰ ਕਰਦਾ ਹੈ। ਇਸੇ ਅਨੁਸਾਰ ਹੀ ਜੀਵਨ ਦਾ ਬਿਰਤਾਂਤ ਪੇਸ਼ ਕਰਨਾ ਹੁੰਦਾ ਹੈ। ਠੀਕ ਹੈ ਜੀ। ਤੇ ਸਵੈ ਜੀਵਨੀ ਵਿੱਚ ਲੇਖਕ ਸਾਹਿਤਕਾਰ ਵੀ ਹੁੰਦਾ ਆ ਅਤੇ ਕਥਾਨਕ ਦਾ ਉਸਰਈਆ ਵੀ ਹੁੰਦਾ ਆ। ਉਹ ਆਪਣੇ ਬਾਰੇ ਵੀ ਲਿਖ ਰਿਹਾ ਹੁੰਦਾ ਆ, ਤੇ ਆਪ ਲੇਖਕ ਵੀ ਹੁੰਦਾ ਆ, ਤੇ ਵਿੱਚ ਉਹ ਨਾਇਕ ਵੀ ਹੁੰਦਾ ਆ, ਤੇ ਆਪਣੀ ਕਥਾ ਦਾ ਪਾਤਰ ਵੀ ਹੁੰਦਾ ਆ। ਇਸ ਕਰਕੇ ਇਹ ਰਚਨਾ ਬੜੀ ਅਹਿਮ ਆ। ਬੰਦਾ ਆਪਣੇ ਬਾਰੇ ਆਪਣੀ ਪਾਤਰ ਉਸਾਰੀ ਕਰ ਰਿਹਾ ਹੁੰਦਾ ਆ। ਚਲੋ ਅੱਗੇ ਤੁਰਦੇ ਹਾਂ। ਸਵੈ ਜੀਵਨੀ ਲਿਖਣ ਵਾਲਾ ਭਾਵੇਂ ਕਿਸੇ ਵੀ ਵਰਗ ਜਾਂ ਜਾਤ ਜਾਂ ਧੰਦੇ ਨਾਲ ਸੰਬੰਧਿਤ ਹੋਵੇ, ਪਰ ਖਾਸੀਅਤ ਇਹ ਹੋਣੀ ਚਾਹੀਦੀ ਆ, ਵਿਸ਼ੇਸ਼ ਲੱਛਣ ਇਹ ਆ ਕਿ ਉਸਦਾ ਸੁਪ੍ਰਸਿੱਧ ਅਤੇ ਲੋਕਪ੍ਰਿਯ ਹੋਣਾ ਬਹੁਤ ਜ਼ਰੂਰੀ ਆ ਜੇ ਉਹ ਸਵੈ ਜੀਵਨੀ ਲਿਖ ਰਿਹਾ ਤਾਂ। ਕਾਰਨ ਕੀ ਆ? ਪਾਠਕ ਵਿਸ਼ੇਸ਼ ਵਿਅਕਤੀ ਪ੍ਰਤੀ ਹੀ ਆਕਰਸ਼ਿਤ ਹੁੰਦੇ ਆ। ਵੈਸੇ ਕੋਈ ਵੀ ਜੀਵਨੀਆਂ ਨੂੰ, ਸਵੈ ਜੀਵਨੀਆਂ ਨੂੰ ਨਹੀਂ ਪੜ੍ਹਦਾ ਜੇ ਆਪਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਆਧਾਰ ਬਣਾ ਕੇ, ਜਾਂ ਕੋਈ ਵਿਸ਼ੇਸ਼ ਵਿਅਕਤੀ ਆਪਣੀ ਸਵੈ ਜੀਵਨੀ ਨੂੰ ਨਹੀਂ ਲਿਖਦਾ। ਠੀਕ ਹੈ ਜੀ। ਇਸ ਕਰਕੇ ਉਹ ਵਿਅਕਤੀ ਜਿਹੜਾ ਆ ਉਹ ਆਪਣੇ ਵਿਅਕਤੀਤਵ ਕਰਕੇ ਜਾਣ ਪਛਾਣ ਦੇ ਵਿੱਚ ਆਉਂਦਾ ਹੋਵੇ, ਤੇ ਇਹ ਫਿਰ ਕਿਸੇ ਸਮਰਿੱਧ, ਕਿਸੇ ਮਾਹਰ, ਕਿਸੇ ਉਸਤਾਦ ਜਿਹੜਾ ਲੇਖਕ ਆ ਜਾਂ ਮਨੁੱਖ ਵਾ, ਉਹਦੇ ਵਿਅਕਤੀਤਵ ਨੂੰ ਪੇਸ਼ ਕਰਨ ਦਾ ਇੱਕ ਜ਼ਰੀਆ ਬਣਦੀ ਆ। ਸਵੈ ਜੀਵਨੀ ਲੇਖਕ ਦਾ ਮੂਲ ਮੰਤਵ ਇਹ ਹੁੰਦਾ ਹੈ ਕਿ ਪਾਠਕ ਉਸਦੇ ਜੀਵਨ ਸਮਾਚਾਰਾਂ ਤੋਂ ਕੁਝ ਨਾ ਕੁਝ ਲਾਭ, ਮਤਲਬ ਪ੍ਰੇਰਨਾ ਪ੍ਰਾਪਤ ਕਰ ਸਕਣ। ਇਸ ਕਰਕੇ ਸਵੈ ਜੀਵਨੀ ਜਿਹੜੀ ਆ ਉਹ ਸਿਰਜੀ ਜਾਂਦੀ ਆ, ਨਿਰਆਧਾਰ ਨਹੀਂ ਹੁੰਦੀ। ਉਹ ਤੋਂ ਜਿਹੜਾ ਪੜ੍ਹਨ ਵਾਲਾ ਪਾਠਕ ਆ ਉਹ ਕੁਛ ਨਾ ਕੁਝ ਸਿੱਖੇ, ਪ੍ਰੇਰਨਾ ਲਵੇ, ਉਹਦੇ ਅਨੁਭਵਾਂ ਦਾ, ਉਹਦੇ ਤਜਰਬਿਆਂ ਦਾ ਜਿਹੜਾ ਆਧਾਰ ਆ ਉਹਨੂੰ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਕਰਨ ਦੇ ਲਈ ਅੱਗੇ ਵੱਧ ਸਕੇ। ਤੇ ਸਵੈ ਜੀਵਨੀ ਦਾ ਬੁਨਿਆਦੀ ਤੇ ਪ੍ਰਮੁੱਖ ਲੱਛਣ ਇਹ ਆ ਕਿ ਨਾਇਕ ਭਾਵ ਲੇਖਕ ਆਪਣੇ ਸਮਾਜ, ਆਪ ਵੀ ਸਮਾਜ ਵੱਲੋਂ ਸਤਿਕਾਰਿਆ ਹੋਵੇ, ਸਵੀਕਾਰਿਆ ਹੋਵੇ। ਇਹੋ ਜਿਹਾ ਵਿਅਕਤੀ ਹੀ ਜੇ ਸਵੈ ਜੀਵਨੀ ਲਿਖੂਗਾ ਤਾਂ ਲੋਕ ਜ਼ਿਆਦਾ ਪੜ੍ਹਨਗੇ। ਮਤਲਬ ਕਿ ਸਵੈ ਜੀਵਨੀ ਦਾ ਜਿਹੜਾ ਲੇਖਕ ਵਾ ਉਹ ਸਮਾਜ ਵੱਲੋਂ ਸਵੀਕਾਰਿਆ ਗਿਆ ਹੋਵੇ ਤੇ ਉਹਦਾ ਸਤਿਕਾਰ ਵੀ ਕੀਤਾ ਜਾਂਦਾ ਹੋਵੇ। ਜੇ ਉਹ ਲਿਖੂਗਾ ਤਾਂ ਲੋਕ ਜ਼ਿਆਦਾ ਪੜ੍ਹਨਗੇ, ਜੇ ਜ਼ਿਆਦਾ ਪੜ੍ਹਨਗੇ ਤਾਂ ਜ਼ਿਆਦਾ ਸਿੱਖਣਗੇ, ਤੇ ਇਹੋ ਜਿਹੀਆਂ ਸਵੈ ਜੀਵਨੀਆਂ ਹੀ ਸਮਾਜ ਦੇ ਭਲੇ ਵਾਸਤੇ ਚੰਗੀਆਂ ਹੁੰਦੀਆਂ ਨੇ। ਇਉਂ ਸਵੈ ਜੀਵਨੀ ਲੇਖਕ ਇੱਕ ਸਰਵ ਸ੍ਰੇਸ਼ਟ ਵਿਅਕਤੀ ਹੁੰਦਾ ਹੈ। ਉਸਦੀ ਸ੍ਰੇਸ਼ਟਤਾ, ਉਸਦੀ ਵਿਅਕਤੀਤਵ ਜਿਹੜਾ ਆ ਉਸ ਸਵੈ ਜੀਵਨੀ ਦੇ ਵਿੱਚ ਭਰਿਆ ਪਿਆ ਹੁੰਦਾ ਆ। ਵਿਅਕਤੀਤਵ ਦੇ ਹੀ ਸਾਨੂੰ ਦਰਸ਼ਨ ਸਵੈ ਜੀਵਨੀ ਦੇ ਵਿੱਚੋਂ ਹੁੰਦੇ ਆ। ਤੇ ਸਵੈ ਜੀਵਨੀ ਦਾ ਸਾਹਿਤਕ ਰਚਨਾ ਹੋਣ ਦੇ ਨਾਲ ਨਾਲ ਇਤਿਹਾਸਕ ਸੰਦਰਭ ਵੀ ਹੁੰਦਾ ਆ, ਕਿਉਂਕਿ ਇਕੱਲੀ ਇਹ ਸਾਹਿਤਕ ਰਚਨਾ ਨਹੀਂ ਹੈਗੀ, ਇਹ ਇੱਕ ਇਤਿਹਾਸਕ ਦਸਤਾਵੇਜ਼ ਬਣ ਜਾਂਦੀ ਆ। ਕਾਰਨ, ਜਦੋਂ ਕੋਈ ਸਵੈ ਜੀਵਨੀਕਾਰ ਆਪਣੇ ਜੀਵਨ ਦੀਆਂ ਨਾਵਾਂ, ਥਾਵਾਂ ਤੇ ਘਟਨਾਵਾਂ ਵਿੱਚ ਆਪਣੇ ਵਿਅਕਤੀਤਵ ਨੂੰ ਉਭਾਰ ਕੇ ਸਾਹਮਣੇ ਲਿਆਉਂਦਾ ਹੈ ਤਾਂ ਇਹ ਸਾਰਾ ਪ੍ਰਕਰਨ ਆਪਣੇ ਆਪ ਵਿੱਚ ਇੱਕ ਇਤਿਹਾਸਕ ਤੱਥ ਬਣ ਜਾਂਦਾ ਆ। ਹੁਣ ਤੁਸੀਂ ਖੁਦ ਜਾਣਦੇ ਹੋ ਕਿ ਜਦੋਂ ਕੋਈ ਸਵੈ ਜੀਵਨੀਕਾਰ ਆਪਣੀ ਰਚਨਾ ਲਿਖਦਾ ਆ ਤਾਂ ਉਹ ਆਪਣੇ ਸਮੇਂ ਦੇ ਹਾਲਾਤਾਂ ਨੂੰ ਪੇਸ਼ ਕਰਦਾ। ਉਹ ਭਾਵੇਂ ਰਾਜਨੀਤਿਕ ਹੋਣ, ਧਾਰਮਿਕ ਹੋਣ, ਸੱਭਿਆਚਾਰਕ ਹੋਣ, ਆਰਥਿਕ ਹੋਣ, ਕਿਸੇ ਤਰ੍ਹਾਂ ਦੇ ਵੀ ਹੋਣ,
ਉਹ ਆਪਣੇ ਦੋਸਤਾਂ ਮਿੱਤਰਾਂ ਸਕੇ ਸੰਬੰਧੀਆਂ ਦੀ ਗੱਲ ਵੀ ਕਰਦਾ ਹੈ, ਤਾਂ ਇਸ ਕਰਕੇ ਇਹ ਉਸ ਸਮੇਂ ਦਾ ਇਤਿਹਾਸਕ ਦਸਤਾਵੇਜ਼ ਵੀ ਬਣ ਜਾਂਦੀ ਆ। ਡਿਜ਼ਾਈਨ ਐਂਡ ਟਰੁੱਥ ਇਨ ਆਟੋਬਾਇਓਗ੍ਰਾਫੀ ਦੇ ਪੰਨਾ ਨੰਬਰ 9 ਦੇ ਉੱਪਰ ਰਾਏ ਪਾਸਕਲ ਦਾ ਕਥਨ ਆਪਾਂ ਨੋਟ ਕਰਾਂਗੇ। ਹੁਣ ਸਵੈ ਜੀਵਨੀ ਆਪਣੇ ਆਪ ਵਿੱਚ ਇੱਕ ਪੁਨਰ ਸਿਰਜਿਤ ਇਤਿਹਾਸ ਹੈ। ਹੁਣ ਰਾਏ ਪਾਸਕਲ ਲਿਖਦਾ ਕਿ ਸਵੈ ਜੀਵਨੀ ਆਪਣੇ ਆਪ ਵਿੱਚ ਇੱਕ ਪੁਨਰ ਸਿਰਜਿਤ ਇਤਿਹਾਸ ਹੈ ਅਤੇ ਇਸੇ ਪ੍ਰਪੇਖ ਵਿੱਚ ਵਿਅਕਤੀ ਦੇ ਬਾਹਰੀ ਜਗਤ ਨਾਲ ਨਿੱਜੀ ਆਪੇ ਦਾ ਪ੍ਰਤੀਰੂਪ ਹੈ। ਵੈਰੀ ਇੰਪੋਰਟੈਂਟ ਜਿਹੜੀ ਗੱਲ ਆਪਾਂ ਮੈਂ ਪਹਿਲਾਂ ਕਰਕੇ ਹਟਿਆ ਉਹ ਇਸੇ ਕਥਨ ਦੇ ਵਿੱਚ ਰਾਏ ਪਾਸਕਲ ਨੇ ਬੜੇ ਸੁਲਝੇ ਢੰਗ ਨਾਲ ਕੀਤੀ ਆ। ਤੇ ਆਪਾਂ ਇੱਕ ਕਥਨ ਹੋਰ ਪੜ੍ਹੀਏ। ਅਮਰੀਕਨ ਬਾਇਓਗ੍ਰਾਫੀ ਇਟ ਇਜ਼ ਥਿਊਰੀ ਐਂਡ ਪ੍ਰੈਕਟਿਸ ਦੇ ਪੇਜ ਨੰਬਰ 6 ਦੇ ਉੱਪਰ ਪੱਛਮੀ ਵਿਦਵਾਨ ਮੈਰਿਲ ਨੇ ਜੀਵਨੀ ਦੇ ਸਰੂਪ ਬਾਰੇ ਜੋ ਕਥਨ ਲਿਖਿਆ ਆ ਆਪਾਂ ਉਹਨੂੰ ਕੋਡ ਕਰ ਰਹੇ ਹਾਂ। ਸਾਹਿਤ ਦੇ ਮਾਧਿਅਮ ਦੁਆਰਾ ਲਿਖੀ ਗਈ ਜੀਵਨੀ ਅਤੀਤ ਦਾ ਰਿਕਾਰਡ ਹੁੰਦੀ ਹੈ। ਜੀਵਨੀ ਪ੍ਰਮੁੱਖ ਤੌਰ ਤੇ ਸਾਹਿਤ ਅਤੇ ਇਤਿਹਾਸ ਦੋਹਾਂ ਤੱਤਾਂ ਦਾ ਸੁਮੇਲ ਹੈ। ਇਸ ਲਈ ਇਹ ਕਲਾ ਅਤੇ ਵਿਗਿਆਨ ਦੋਹਾਂ ਵਿਧੀਆਂ ਨੂੰ ਅਪਣਾਉਂਦੀ ਹੈ। ਇਹ ਕਥਨ ਤਾਂ ਉਹਨੇ ਜੀਵਨੀ ਦੇ ਪੱਖ ਵਿੱਚ ਦਿੱਤਾ ਆ, ਪਰ ਇਹ ਵਿਚਾਰ ਸਵੈ ਜੀਵਨੀ ਦੇ ਉੱਪਰ ਵੀ ਪੂਰੇ ਦੇ ਪੂਰੇ ਢੁੱਕਦੇ ਆ। ਇਸ ਕਰਕੇ ਇਹ ਕਥਨ ਬੜਾ ਅਹਿਮ ਆ। ਠੀਕ ਹੈ ਜੀ। ਸਵੈ ਜੀਵਨੀ ਰਚਨਾ ਜਿਹੜੀ ਆ ਇਹ ਇੱਕ ਕੋਮਲ ਕਲਾ ਆ। ਸਵੈ ਜੀਵਨੀ ਦੀ ਉਸਾਰੀ ਭਾਵਨਾਵਾਂ ਅਤੇ ਅਨੁਭਵਾਂ ਦੇ ਖੇਤਰ ਦਾ ਵਿਸ਼ਾ ਹੁੰਦੀ ਹੈ ਤੇ ਸਵੈ ਜੀਵਨੀ ਜੀਵਨ ਦੀਆਂ ਅਭੁੱਲ ਯਾਦਾਂ ਨੂੰ ਸ਼ਬਦਾਂ ਵਿੱਚ ਸੁਰੱਖਿਅਤ ਕਰਨ ਦਾ ਇੱਕ ਉਪਰਾਲਾ ਮੰਨੀ ਜਾਂਦੀ ਆ। ਠੀਕ ਹੈ ਜੀ। ਤੇ ਆਪਾਂ ਜੇ ਅੱਗੇ ਤੁਰੀਏ ਤਾਂ ਸਵੈ ਜੀਵਨੀ ਵਿੱਚ ਕਾਗਜ਼ਾਂ ਦੀ ਹਿੱਕ ਵਿੱਚੋਂ ਇੱਕ ਧੜਕਦੇ ਦਿਲ ਵਾਲੀ ਜਿਉਂਦੀ ਜਾਗਦੀ ਦੁੱਖ ਸੁੱਖ ਹੰਢਾਉਂਦੀ ਸ਼ਖਸੀਅਤ ਸਾਕਾਰ ਕਰਨੀ ਹੁੰਦੀ ਹੈ। ਦੇਖੋ ਸਵੈ ਜੀਵਨੀ ਦੇ ਵਿੱਚ ਜੋ ਪੇਸ਼ ਹੋਣਾ ਨਾ ਉਹਦੇ ਵਿੱਚ ਬੰਦੇ ਦੇ ਦੁੱਖ ਸੁੱਖ, ਸਫਲਤਾ ਅਸਫਲਤਾ, ਚੰਗਿਆਈ ਬੁਰਾਈ, ਇਹ ਸਾਰਾ ਕੁਝ ਪੇਸ਼ ਹੋਣਾ ਹੁੰਦਾ ਆ। ਤੇ ਇਸ ਤਰ੍ਹਾਂ ਧੜਕਦੀ ਸ਼ਖਸੀਅਤ ਜਿਹੜੀ ਆ ਉਹ ਸਵੈ ਜੀਵਨੀ ਦੇ ਵਿੱਚ ਸਾਨੂੰ ਮਿਲਦੀ ਹੋਣੀ ਚਾਹੀਦੀ ਆ। ਫਿਰ ਉਹ ਸਫਲ ਸਵੈ ਜੀਵਨੀ ਆ। ਤੇ ਸਵੈ ਜੀਵਨੀ ਦਾ ਲੱਛਣ ਕਿ ਸਵੈ ਜੀਵਨੀ ਦੀ ਭਾਸ਼ਾ ਤੇ ਸ਼ਬਦਾਵਲੀ ਜੀਵੰਤ ਪ੍ਰਕਾਰ ਦੀ ਹੋਣੀ ਚਾਹੀਦੀ ਆ। ਮਰੀਆਂ ਹੋਈਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਬਹੁਤ ਬੇਰਸ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੇ ਸਵੈ ਜੀਵਨੀਕਾਰ ਦਾ ਵਿਵੇਕਸ਼ੀਲ ਹੋਣਾ, ਵਿਵੇਕਸ਼ੀਲ ਬੁੱਧੀ ਦਾ ਮਾਲਕ ਹੋਣਾ ਬਹੁਤ ਜ਼ਰੂਰੀ ਆ। ਇਸੇ ਤਰ੍ਹਾਂ ਹੀ ਉਹ ਸਵੈ ਤੋਂ ਉੱਪਰ ਉੱਠ ਕੇ ਸਮੂਹ ਦੀ ਮਤਲਬ ਇਕੱਠ ਦੀ, ਲੋਕਾਂ ਦੀ, ਸਮਾਜ ਦੀ, ਸਮੂਹ ਦੀ ਪੱਧਰ ਤੇ ਕੋਈ ਗੱਲ ਕਰ ਸਕਣ ਦੇ ਸਮਰੱਥ ਹੋਵੇ। ਤੇ ਸਵੈ ਜੀਵਨੀ ਲੇਖਕ ਦਾ ਆਪੇ ਦਾ ਪ੍ਰਕਾਸ਼ਨ ਹੈ। ਹੁਣ ਸਵੈ ਜੀਵਨੀ ਕੀ ਚੀਜ਼ ਆ? ਸਵੈ ਜੀਵਨੀ ਲੇਖਕ ਦੇ ਆਪੇ ਦਾ ਪ੍ਰਕਾਸ਼ਨ ਆ। ਮਤਲਬ ਕਿ ਉਹ ਆਪਣੇ ਆਪ ਬਾਰੇ ਜੋ ਪ੍ਰਕਾਸ਼ਮਾਨ ਅੰਦਰੋਂ ਕਰਦਾ ਆ ਉਸੇ ਚੀਜ਼ ਨੂੰ ਪ੍ਰਕਾਸ਼ਿਤ ਕਰਨ ਦਾ ਕੰਮ ਸਵੈ ਜੀਵਨੀ ਦੇ ਵਿੱਚ ਉਹ ਕਰਦਾ ਹੁੰਦਾ ਆ। ਤੇ ਲੇਖਕ ਆਪਣੇ ਤੇ ਸਮਾਜ ਪ੍ਰਤੀ ਨਿਰਪੱਖ ਰਹਿਣਾ ਚਾਹੀਦਾ ਆ। ਇਹ ਵਿਸ਼ੇਸ਼ ਨੁਕਤਾ ਆ। ਲੇਖਕ ਨਿੱਜੀ ਸਵਾਰਥ ਤੋਂ ਉੱਪਰ ਉੱਠਿਆ ਹੋਇਆ ਹੋਵੇਗਾ ਤਾਂ ਉਹਦੀ ਸਵੈ ਜੀਵਨੀ ਸਫਲ ਮੰਨੀ ਜਾਊਗੀ। ਠੀਕ ਹੈ ਜੀ। ਇਸੇ ਕਰਕੇ ਸਵੈ ਜੀਵਨੀ ਲੇਖਕ ਦੇ ਆਪੇ ਦਾ ਪ੍ਰਕਾਸ਼ਨ ਮੰਨੀ ਜਾਂਦੀ ਆ। ਤੇ ਆਪਾਂ ਹੁਣ ਪੱਛਮੀ ਵਿਦਵਾਨ ਅਬਰਾਹਮ ਕੋਲੋ ਦਾ ਕਥਨ ਪੜ੍ਹਨਾ ਆ। ਅਬਰਾਹਮ ਕੋਲੋ ਲਿਖਦਾ ਆ ਕਿ ਸਵੈ ਜੀਵਨੀ ਲੇਖਕ ਆਪਣੀ ਉਸਤਤ ਜਾਂ ਸ਼ਲਾਘਾ ਕੀਤੇ ਬਿਨਾਂ ਰਹਿ ਨਹੀਂ ਸਕਦਾ, ਪਰ ਜੇ ਉਹ ਅਜਿਹਾ ਕਰਦਾ ਹੈ ਤਾਂ ਪਾਠਕ ਇਸ ਦਾ ਬੁਰਾ ਮਨਾਉਂਦੇ ਹਨ। ਜੇ ਉਹ ਆਪਣੀਆਂ ਸਿਫਤਾਂ ਨਹੀਂ ਕਰਦਾ ਤਾਂ ਉਸ ਦਾ ਆਪਣਾ ਮਨ ਰਾਜ਼ੀ ਨਹੀਂ ਹੁੰਦਾ। ਇਸ ਲਈ ਉਹ ਜਾਣੇ ਜਾਂ ਅਣਜਾਣੇ ਕਿਸੇ ਨਾ ਕਿਸੇ ਰੂਪ ਵਿੱਚ ਸਵੈ ਉਪਮਾ ਕਰ ਹੀ ਜਾਂਦਾ ਹੈ। ਪਰ ਸਵੈ ਜੀਵਨੀ ਦਾ ਨਿਯਮ ਆ, ਲੇਖਕ ਨੂੰ ਅਜਿਹੀਆਂ ਕਮਜ਼ੋਰੀਆਂ ਤੋਂ ਬਚਣਾ ਚਾਹੀਦਾ, ਬਚਣ ਦੀ ਬੜੀ ਲੋੜ ਮੰਨੀ ਜਾਂਦੀ ਆ। ਠੀਕ ਹੈ ਜੀ। ਉਹ ਆਪਣੀਆਂ ਹੀ ਰਾਂਝਾ ਰਾਜ ਨਾ ਕਰੀ ਜਾਵੇ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ ਵਾਲੀ ਗੱਲ ਨਾ ਹੋਈ ਜਾਵੇ। ਉਸ ਨੂੰ ਠਰੰਬੇ ਦੇ ਨਾਲ ਸੋਚ ਵਿਚਾਰ ਕੇ ਵਿਵੇਕਸ਼ੀਲ ਹੋ ਕੇ ਆਪਣੀ ਸਵੈ ਜੀਵਨੀ ਰਚਣੀ ਚਾਹੀਦੀ ਆ। ਸਵੈ ਜੀਵਨੀਕਾਰ ਦਾ ਸੁਹਿਰਦ ਹੋਣਾ ਪ੍ਰਮੁੱਖ ਲੱਛਣ ਆ। ਤੇ ਸੁਹਿਰਦ ਸਵੈ ਜੀਵਨੀਕਾਰ ਜਿੱਥੇ ਆਪਣੇ ਗੁਣਾਂ ਜਾਂ ਚੰਗੇ ਕੰਮਾਂ ਨੂੰ ਪ੍ਰਗਟ ਕਰਦਾ ਹੈ ਉੱਥੇ ਉਸ ਪਾਸੋਂ ਇਹ ਆਸ ਵੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਜੀਵਨ ਦੇ ਮੰਦੇ ਪੱਖਾਂ ਨੂੰ ਵੀ ਨਿਰਸੰਕੋਚ ਬਿਆਨ ਕਰੇ। ਵੈਰੀ ਇੰਪੋਰਟੈਂਟ।
ਇਸ ਤੋਂ ਬਿਨਾਂ ਸਵੈ ਜੀਵਨੀ ਕਦੇ ਵੀ ਪੂਰਨ ਨਹੀਂ ਹੋ ਸਕਦੀ। ਭਾਵ ਲੇਖਕ ਜਾਂ ਕਰਤਾ ਅਤੀਤ ਪ੍ਰਤੀ ਬੜਾ ਸੁਹਿਰਦ ਹੋਣਾ ਜ਼ਰੂਰੀ ਆ। ਸਵੈ ਜੀਵਨੀਕਾਰ ਦਾ ਅਗਲਾ ਲੱਛਣ ਨਿਰਮਾਣਤਾ ਹੁੰਦਾ ਹੈਗਾ ਆ। ਨਿਰਮਾਣਤਾ ਮਤਲਬ ਨਿਮਰਤਾ ਹੋਣੀ ਚਾਹੀਦੀ ਆ, ਨਿਮਾਣਾ ਹੋਣਾ ਚਾਹੀਦਾ ਆ। ਨਿਰਮਾਣਤਾ ਸੁਹਿਰਦਤਾ ਦਾ ਹੀ ਇੱਕ ਸੁਲਝਿਆ ਹੋਇਆ ਸਰੂਪ ਹੈ ਤੇ ਨਿਰਮਾਣ ਮਨੁੱਖ ਹੀ ਹਉਮੈ ਹੁੰਦਾ ਹੰਕਾਰ ਤੋਂ ਬਚ ਸਕਦਾ ਹੈ। ਪੰਜਾਬੀ ਵਿੱਚ ਨਿਰਮਾਣਤਾ ਦਾ ਪੁੰਜ ਤੇ ਇੱਕ ਸਫਲ ਸਵੈ ਜੀਵਨੀਕਾਰ ਪ੍ਰਿੰਸੀਪਲ ਤੇਜਾ ਸਿੰਘ ਹੈਗਾ ਆ। ਠੀਕ ਹੈ ਜੀ। ਤੇ ਪ੍ਰਿੰਸੀਪਲ ਤੇਜਾ ਸਿੰਘ ਜੀ ਆਪਣੀ ਸਵੈ ਜੀਵਨੀ ਆਰਸੀ, ਨੋਟ ਕਰ ਲਵੋ, ਆਰਸੀ ਮਤਲਬ ਸ਼ੀਸ਼ਾ, ਆਰਸੀ ਦਾ ਅਰਥ ਸ਼ੀਸ਼ਾ ਹੁੰਦਾ। ਠੀਕ ਹੈ ਜੀ। ਪ੍ਰਿੰਸੀਪਲ ਤੇਜਾ ਸਿੰਘ ਜੀ ਆਪਣੀ ਸਵੈ ਜੀਵਨੀ ਆਰਸੀ ਦੀ ਭੂਮਿਕਾ ਵਿੱਚ ਪੰਨਾ ਨੰਬਰ 3 ਦੇ ਉੱਪਰ ਲਿਖਦੇ ਹਨ ਕਿ ਮੇਰੇ ਰੱਬ ਜੀ, ਮੇਰੀ ਯਾਦ ਦੀ ਆਰਸੀ ਸਾਫ਼ ਕਰਕੇ ਰੱਖਣੀ। ਮੈਥੋਂ ਆਪਣੇ ਬਾਰੇ ਬਹੁਤ ਗੱਲਾਂ ਨਾ ਅਖਵਾਉਣੀਆਂ, ਸਗੋਂ ਬਹੁਤ ਕੁਝ ਉਹਨਾਂ ਘਟਨਾਵਾਂ ਅਤੇ ਵਿਅਕਤੀਆਂ ਸੰਬੰਧੀ ਲਿਖਵਾਉਣਾ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਇਆ ਹਾਂ। ਸਮਰੱਥਾ ਬਖਸ਼ੋ ਕਿ ਜੋ ਕੁਝ ਮੈਂ ਲਿਖਾਂ ਸੱਚੋ ਸੱਚ ਹੋਵੇ, ਪਰ ਇਸ ਲਿਖਣ ਵਿੱਚ ਕੋਈ ਕੁੜੱਤਣ, ਲਾਗਤਬਾਜ਼ੀ ਜਾਂ ਦਿਲ ਦੁਖਾਵੀ ਗੱਲ ਨਾ ਪਵੇ। ਇਹ ਕਥਨ ਜਿਹੜਾ ਆ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਆਤਮ ਕਥਾ ਸਵੈ ਜੀਵਨੀ ਆਰਸੀ ਦੇ ਵਿੱਚ ਆ। ਨੋਟ ਕਰ ਲਵੋ, ਬਹੁਤ ਅਹਿਮ ਆ। ਦੂਜਾ ਕਥਨ ਪੜ੍ਹਦੇ ਹਾਂ ਜੀ, ਪ੍ਰਸਿੱਧ ਵਾਰਤਾਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ। ਉਹ ਲਿਖਦੇ ਨੇ, ਆਪਣੀ ਜੀਵਨ ਕਹਾਣੀ ਲਿਖਣ ਦੀ ਕਦੇ ਗੁਸਤਾਖੀ ਮੈਂ ਨਾ ਕਰ ਸਕਦਾ ਜੇ ਇਹ ਕਹਾਣੀ ਬਹੁਤੀ ਦੂਜਿਆਂ ਦੀ ਕਹਾਣੀ ਨਾ ਹੁੰਦੀ। ਇਹ ਦੋ ਵਿਦਵਾਨ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਸਵੈ ਜੀਵਨੀ ਦਾ ਲਿਖਣ ਦਾ ਆਧਾਰ ਕੀ ਆ। ਤੁਸੀਂ ਹੁਣ ਸਮਝ ਗਏ ਹੋਵੋਗੇ ਕਿ ਸਫਲ ਸਵੈ ਜੀਵਨੀ ਵਿੱਚ ਦੇਸ਼ ਤੇ ਕਾਲ, ਆਪਾਂ ਟਾਈਮ ਤੇ ਸਪੇਸ ਨੂੰ ਵੀ ਬੜੀ ਅਹਿਮੀਅਤ ਦੇਣੀ ਹੁੰਦੀ ਆ, ਦਾ ਪ੍ਰਗਟਾਵਾ ਕੀਤਾ ਜਾਂਦਾ ਆ। ਸਵੈ ਜੀਵਨੀਕਾਰ ਵੀ ਆਮ ਲੋਕਾਂ ਵਾਂਗ ਕਿਸੇ ਵਿਸ਼ੇਸ਼ ਦੇਸ਼ ਅਤੇ ਕਾਲ ਵਿਸ਼ੇਸ਼ ਸਮਾਜ ਵਿੱਚ ਵਿਚਰਿਆ ਹੁੰਦਾ ਹੈ। ਇਸ ਲਈ ਉਸ ਸਵੈ ਜੀਵਨੀਕਾਰ ਤੇ ਸਮਕਾਲੀ ਸਾਹਿਤਕ, ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਪਰਿਸਥਿਤੀਆਂ ਦਾ ਪ੍ਰਭਾਵ ਵੀ ਜ਼ਰੂਰ ਪਿਆ ਹੁੰਦਾ ਆ। ਇਸ ਕਰਕੇ ਸਵੈ ਜੀਵਨੀ ਵਿੱਚੋਂ ਸਮਕਾਲੀ ਸਾਂਸਕ੍ਰਿਤਿਕ ਕਹਿ ਲਓ ਜਾਂ ਸੱਭਿਆਚਾਰਕ, ਸਮਾਜਿਕ, ਰਾਜਨੀਤਿਕ ਅਤੇ ਸਾਹਿਤਕ ਪਰਿਸਥਿਤੀਆਂ ਉਘੜ ਕੇ ਸਾਹਮਣੇ ਆਉਣੀਆਂ ਬੜੀਆਂ ਜ਼ਰੂਰੀ ਹਨ। ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਸਫਲ ਸਵੈ ਜੀਵਨੀ ਨਹੀਂ ਮੰਨੀ ਜਾਂਦੀ। ਤੇ ਅੱਗੇ ਆਪਾਂ ਨੋਟ ਕਰਨਾ ਆ, ਸਵੈ ਜੀਵਨੀ ਲੇਖਕ ਦੇ ਸਮਕਾਲੀ ਅਤੇ ਸਥਾਨਕ ਪਰਿਸਥਿਤੀਆਂ ਤੇ ਪੈ ਪ੍ਰਭਾਵਾਂ ਦਾ ਸਿੱਟਾ ਹੀ ਸਵੈ ਜੀਵਨੀ ਹੁੰਦੀ ਆ। ਸਵੈ ਜੀਵਨੀ ਜਿਹੜੀ ਆ ਉਹ ਲੇਖਕ ਦੇ ਸਮਕਾਲੀ ਅਤੇ ਸਥਾਨਕ ਪਰਿਸਥਿਤੀਆਂ ਤੇ ਪੈ ਪ੍ਰਭਾਵਾਂ ਦਾ ਸਿੱਟਾ ਮੰਨੀ ਜਾਂਦੀ ਹੈ। ਵੈਰੀ ਇੰਪੋਰਟੈਂਟ। ਸਵੈ ਜੀਵਨੀ ਦਾ ਰੌਚਕਤਾ ਦਾ ਕਲਾਤਮਕ ਲੱਛਣ ਵੀ ਬਹੁਤ ਮਹੱਤਵਪੂਰਨ ਆ। ਮਤਲਬ ਸਵੈ ਜੀਵਨੀ ਰੌਚਕ ਹੋਣੀ ਚਾਹੀਦੀ ਆ। ਪੜ੍ਹਨ ਵਾਲੇ ਦਾ ਮਨ ਜਿਹੜਾ ਆ ਲੱਗਾ ਰਹਿਣਾ ਚਾਹੀਦਾ, ਉਹ ਲਗਾਤਾਰ ਪੜ੍ਹਨ ਦੇ ਵਿੱਚ ਬੱਝਾ ਰਵੇ। ਤੇ ਸਵੈ ਜੀਵਨੀ ਦੀ ਵਿਸ਼ੇਸ਼ਤਾ ਇਹ ਆ ਕਿ ਉਹ ਸੰਜਮਤਾ ਭਰਪੂਰ ਹੋਵੇ, ਬੇਲੋੜੇ ਵਿਸਥਾਰ ਤੋਂ ਜਿਹੜਾ ਲੇਖਕ ਵਾ ਉਹ ਨਾ ਕਰ ਦੇਵੇ, ਸੰਜਮਤਾ ਭਰੀ ਹੋਵੇ। ਸਫਲ ਸਵੈ ਜੀਵਨੀਕਾਰ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਬਹੁਤੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿੱਚ ਕਹਿ ਸਕਣ ਦੀ ਸਮਰੱਥਾ ਰੱਖਦਾ ਹੋਵੇ। ਇਸ ਲਈ ਉਹ ਆਪਣੇ ਜੀਵਨ ਦੀ ਜਾਂ ਆਪਣੇ ਜੀਵਨ ਦੀਆਂ ਕੇਵਲ ਖਾਸ ਘਟਨਾਵਾਂ ਨੂੰ ਆਧਾਰ ਬਣਾ ਕੇ ਸਵੈ ਜੀਵਨੀ ਦੀ ਰਚਨਾ ਕਰੇ। ਤੇ ਸਵੈ ਜੀਵਨੀ ਦਾ ਮਹੱਤਵਪੂਰਨ ਤੱਤ ਕਿ ਤਰਤੀਬਵਾਰ ਮਤਲਬ ਬਾ ਤਰਤੀਬ ਘਟਨਾਵਾਂ ਨੂੰ ਬਿਆਨ ਕੀਤਾ ਜਾਵੇ। ਹੁਣ ਕਦੇ ਕੋਈ ਘਟਨਾ ਆ ਗਈ, ਕਦੇ ਕੋਈ ਘਟਨਾ ਆ ਗਈ, ਇਹ ਉਲਟ ਪੁਲਟ ਵਾਲਾ ਕੰਮ ਜਿਹੜਾ ਆ ਉਥਲ ਪੁਥਲ ਨਹੀਂ ਹੋਣੀ ਚਾਹੀਦੀ। ਲੇਖਕ ਨੂੰ ਆਪਣੀ ਜ਼ਿੰਦਗੀ ਦੀ ਤਰਤੀਬ ਦੇ ਅਨੁਸਾਰ ਘਟਨਾਵਾਂ ਨੂੰ ਤਰਤੀਬ ਦੇ ਕੇ ਸਵੈ ਜੀਵਨੀ ਦੀ ਰਚਨਾ ਕਰਨੀ ਚਾਹੀਦੀ ਆ। ਸਵੈ ਜੀਵਨੀ ਦਾ ਹੋਰ ਮਹੱਤਵਪੂਰਨ ਜਿਹੜਾ ਲੱਛਣ ਆ, ਸੁਚੱਜਾ ਸੁਮੇਲ ਹੋਣਾ ਚਾਹੀਦਾ। ਘਟਨਾਵਾਂ ਕਲਾਤਮਕ ਤੇ ਸੁੰਦਰ ਮੇਲ ਦੇ ਵਿੱਚ ਪੇਸ਼ ਹੋਣੀਆਂ ਚਾਹੀਦੀਆਂ ਨੇ। ਸੁਮੇਲਤਾ ਦੇ ਅੰਸ਼ ਨੂੰ ਪੈਦਾ ਕਰਨ ਵਾਲਾ ਤੱਤ ਸ਼ੈਲੀ ਬੜਾ ਮਹੱਤਵਪੂਰਨ ਆ। ਸ਼ੈਲੀ ਜਿਹੜੀ ਆ ਉਹ ਬੜੀ ਪਰਪੱਕ ਹੋਣੀ ਚਾਹੀਦੀ ਆ। ਸਵੈ ਜੀਵਨੀਕਾਰ ਸੁਘੜ ਤੇ ਸਮਰੱਥ ਸ਼ੈਲੀਕਾਰ ਹੋਣਾ ਬੜਾ ਜ਼ਰੂਰੀ ਆ।
ਲੇਖਕ ਕੋਲ ਵਿਸ਼ਲੇਸ਼ਣਾਤਮਕ, ਵਰਣਨਾਤਮਕ, ਵਿਆਖਿਆਤਮਕ, ਆਲੋਚਨਾਤਮਕ ਅਤੇ ਬਿਆਨੀਆਂ ਆਦਿ ਸ਼ੈਲੀਆਂ ਦੀ ਸੂਝ ਅਤੇ ਡੂੰਘੇਰੀ ਬੁੱਧੀ ਹੋਣੀ ਬਹੁਤ ਜ਼ਰੂਰੀ ਆ। ਠੀਕ ਹੈ ਜੀ। ਇਸ ਤੋਂ ਬਿਨਾਂ ਸਵੈ ਜੀਵਨੀਕਾਰ ਸਫਲ ਸਵੈ ਜੀਵਨੀ ਦੀ ਰਚਨਾ ਨਹੀਂ ਕਰ ਸਕਦਾ। ਸਵੈ ਜੀਵਨੀ ਦੀ ਗੋਂਦ ਜਾਂ ਆਪਾਂ ਇਹਨਾਂ ਨੂੰ ਪਲਾਟ ਕਹਿੰਦੇ ਆ, ਪਲਾਟ ਵੀ ਕਹਿ ਦਿੰਦੇ ਆ, ਜਾਂ ਕਥਾਨਕ ਸੁਚੱਜੀ ਤੇ ਰੌਚਕਤਾ ਭਰਪੂਰ ਹੋਵੇ। ਸਵੈ ਜੀਵਨੀਕਾਰ ਉਹਨਾਂ ਕਾਰਜਸ਼ੀਲ ਘਟਨਾਵਾਂ ਨੂੰ ਹੀ ਬਿਆਨ ਕਰੇ ਜਿਹੜੀਆਂ ਰੌਚਕ ਅਤੇ ਸੋਹਜ ਸਵਾਦ ਦੀ ਤ੍ਰਿਪਤੀ ਕਰਨ ਵਾਲੀਆਂ ਹੋਣ। ਇਹ ਵੀ ਅਹਿਮ ਨੁਕਤਾ ਜਿਹੜਾ ਆ ਇਹ ਮੰਨਿਆ ਜਾਂਦਾ ਆ। ਸਾਫ਼ ਗੋਈ ਤੇ ਸਰਲਤਾ ਵੀ ਸਵੈ ਜੀਵਨੀ ਦਾ ਵਡੇਰਾ ਲੱਛਣ ਮੰਨਿਆ ਜਾਂਦਾ ਆ। ਦਾ ਪ੍ਰੋਬਲਮ ਆਫ ਸਟਾਈਲ ਦੇ ਪੇਜ ਨੰਬਰ 61 ਦੇ ਉੱਪਰ ਮਿਡਲਟਨ ਮਰੇ ਦਾ ਕਥਨ ਆ। ਇਹ ਮਰੇ ਬੜਾ ਵੱਡਾ ਵਿਦਵਾਨ ਸੀਗਾ ਤੇ ਉਹਦਾ ਕਥਨ ਪੜ੍ਹੋ ਜੀ। ਸ਼ੈਲੀ ਭਾਸ਼ਾ ਦਾ ਉਹ ਗੁਣ ਹੈ ਜਿਹੜਾ ਵਿਚਾਰਾਂ ਨੂੰ ਉੱਤਮ ਢੰਗ ਨਾਲ ਦੂਜਿਆਂ ਤੱਕ ਪਹੁੰਚਾਉਂਦਾ ਹੈ। ਇਹ ਕਥਨ ਬਹੁਤ ਅਹਿਮ ਆ, ਬਹੁਤ ਵਾਰ ਪੇਪਰਾਂ ਵਿੱਚ ਪੁੱਛਿਆ ਜਾਂਦਾ ਆ। ਮਿਡਲਟਨ ਮਰੇ ਦਾ ਕਥਨ, ਸ਼ੈਲੀ ਭਾਸ਼ਾ ਦਾ ਉਹ ਗੁਣ ਹੈ ਜਿਹੜਾ ਵਿਚਾਰਾਂ ਨੂੰ ਉੱਤਮ ਢੰਗ ਨਾਲ ਦੂਜਿਆਂ ਜਾਂ ਦੂਸਰਿਆਂ ਤੱਕ ਪਹੁੰਚਾਉਂਦਾ ਹੈ। ਅੱਗੇ ਤੁਰਦੇ ਹਾਂ। ਇੱਕ ਚੰਗੀ ਸ਼ੈਲੀ ਲਈ ਗੁੰਝਲਦਾਰ ਤੇ ਲੰਮੇ ਵਾਕਾਂ ਦੀ ਲੋੜ ਨਹੀਂ, ਸਗੋਂ ਛੋਟੇ ਛੋਟੇ ਅਤੇ ਭਾਵ ਪੂਰਿਤ ਵਾਕਾਂ ਦੀ ਸਿਰਜਣਾ ਕਰਨ ਦੀ ਲੋੜ ਹੁੰਦੀ ਹੈ। ਸਵੈ ਜੀਵਨੀਕਾਰ ਦੀ ਲਿਖਤ ਵਿੱਚ ਪ੍ਰਮੁੱਖ ਵਰਤੋਂਯੋਗ ਸ਼ੈਲੀਆਂ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਨੇ, ਇਹ ਵੀ ਤੁਸੀਂ ਨੋਟ ਕਰ ਲਵੋ। ਵਿਸ਼ਲੇਸ਼ਣਾਤਮਕ ਸ਼ੈਲੀ, ਵਿਸ਼ਲੇਸ਼ਣਾਤਮਕ ਸ਼ੈਲੀ, ਬਿਰਤਾਂਤਕ ਸ਼ੈਲੀ, ਵਰਣਨਾਤਮਕ ਸ਼ੈਲੀ, ਵਿਆਖਿਆਤਮਕ ਸ਼ੈਲੀ, ਆਲੋਚਨਾਤਮਕ ਸ਼ੈਲੀ, ਨਿਬੰਧਾਤਮਕ ਸ਼ੈਲੀ, ਸੰਸਮਰਣਕ ਸ਼ੈਲੀ, ਰੇਖਾ ਚਿੱਤਰ ਸ਼ੈਲੀ, ਅਲੰਕਾਰਕ ਸ਼ੈਲੀ ਆਦਿ ਜਿਹੜੀਆਂ ਸ਼ੈਲੀਆਂ ਨੇ ਇਹਨਾਂ ਦੀ ਵਰਤੋਂ ਸਵੈ ਜੀਵਨੀਕਾਰ ਕਰ ਸਕਦਾ ਆ। ਸਵੈ ਜੀਵਨੀ ਲੇਖਕ ਦੇ ਨਿੱਜੀ ਜੀਵਨ ਨਾਲ ਪੂਰੀ ਤਰ੍ਹਾਂ ਸੰਬੰਧਿਤ ਹੋਣ ਤੇ ਵੀ ਜੀਵਨ ਦੀ ਅੰਨ੍ਹੇਵਾਹ ਨਕਲ ਨਹੀਂ ਹੁੰਦੀ। ਇਹ ਨੋਟ ਕਰ ਲਵੋ, ਇਹ ਬਹੁਤ ਵਾਰ ਪੁੱਛਿਆ ਜਾਂਦਾ। ਠੀਕ ਹੈ ਜੀ, ਕਿ ਸਵੈ ਜੀਵਨੀ ਜਿਹੜੀ ਆ ਉਹ ਲੇਖਕ ਦੇ ਨਿੱਜੀ ਜੀਵਨ ਦਾ ਬਿਊਰਾ ਤਾਂ ਹੈ ਪਰ ਅੰਨ੍ਹੇਵਾਹ ਨਕਲ ਨਹੀਂ ਹੈਗੀ। ਓਕੇ ਜੀ, ਅੱਗੇ ਤੁਰਦੇ ਆ। ਫਿਰ ਸਵੈ ਜੀਵਨੀ ਲੇਖਕ ਜਿਹੜਾ ਹੁੰਦਾ ਆ, ਸਵੈ ਜੀਵਨੀਕਾਰ ਆ, ਉਹਦੇ ਲਈ ਕੁਝ ਚੁਣੌਤੀਆਂ ਹੁੰਦੀਆਂ ਨੇ। ਨੰਬਰ 1, ਜੀਵਨੀ ਦੀ ਉਲਝੀ ਤਾਣੀ ਚੋਂ ਮਹੱਤਵਪੂਰਨ ਘਟਨਾਵਾਂ ਨੂੰ ਚੁਣਨਾ ਹੁੰਦਾ ਆ। ਦੂਜਾ, ਉਹਨਾਂ ਦੀ ਛਾਂਟ ਮਤਲਬ ਕਾਟ ਛਾਂਟ ਤੇ ਵਿਸ਼ਲੇਸ਼ਣ ਕਰਨਾ ਹੁੰਦਾ ਆ। ਤੀਜਾ, ਤੱਥਾਂ ਦੀ ਚੋਣ ਦੇ ਮੁਤਾਬਕ ਕਲਾਤਮਕ ਪ੍ਰਗਟਾਵੇ ਦੀ ਚੋਣ ਕਰਨੀ ਹੁੰਦੀ ਆ। ਚੌਥਾ, ਯਾਦਾਂ ਤੇ ਘਟਨਾਵਾਂ ਦੇ ਅਨੁਸਾਰ ਕਲਾ ਰੂਪ ਦੀ ਚੋਣ ਕਰਨੀ ਹੁੰਦੀ ਹੈ। ਆਦਿ ਲੇਖਕ ਵਾਸਤੇ ਬੜੀਆਂ ਵੱਡੀਆਂ ਚੁਣੌਤੀਆਂ ਮੰਨੀਆਂ ਜਾਂਦੀਆਂ ਨੇ। ਅੱਗੇ ਤੁਰੋ। ਸਵੈ ਜੀਵਨੀ ਕਿਸੇ ਲੜੀ ਤੇ ਤਰਤੀਬ ਵਿੱਚ ਬੱਝੀ ਹੁੰਦੀ ਹੈ, ਮਤਲਬ ਕਿ ਉਹ ਇੱਕ ਤਰਤੀਬ ਦੇ ਵਿੱਚ ਚੱਲਣੀ ਚਾਹੀਦੀ ਆ, ਉਥਲ ਪੁਥਲ ਨਹੀਂ ਹੋਣੀ ਚਾਹੀਦੀ। ਜ਼ਿੰਦਗੀ ਦੇ ਪਸਾਰੇ ਨੂੰ ਕਿਸੇ ਏਕਤਾ ਵਿੱਚ ਢਾਲ ਕੇ ਸੰਪੂਰਨ ਸ਼ਖਸੀਅਤ ਦੀ ਜਟਲਤਾ ਨੂੰ ਸਾਹਿਤਕ ਰੂਪ ਦੀ ਬਣਤਰ ਵਿੱਚ ਪੇਸ਼ ਕਰਨਾ ਹੀ ਸਵੈ ਜੀਵਨੀ ਮੰਨਿਆ ਜਾਂਦਾ ਹੈ। ਵੈਰੀ ਇੰਪੋਰਟੈਂਟ। ਤੇ ਸਵੈ ਜੀਵਨੀ ਵਿੱਚ ਲਿਖਿਆ ਜਾਣ ਵਾਲਾ ਅੱਖੀਂ ਡਿੱਠਾ ਤੇ ਆਪ ਹੰਢਾਇਆ ਸੱਚ ਹੁੰਦਾ ਹੈ। ਇਹ ਜੋ ਸੱਚ ਕਿਹਾ ਨਾ, ਇਹ ਨੰਗਾ ਸੱਚ ਜਿਹੜਾ ਸਵੈ ਜੀਵਨੀ ਦੇ ਵਿੱਚ ਪੇਸ਼ ਹੁੰਦਾ ਆ, ਫਿਰ ਉਹ ਸਫਲ ਸਵੈ ਜੀਵਨੀ ਮੰਨੀ ਜਾਂਦੀ ਆ। ਜਿਵੇਂ ਪ੍ਰਿੰਸੀਪਲ ਤੇਜਾ ਸਿੰਘ ਦੀ ਆਪਾਂ ਗੱਲ ਕੀਤੀ ਆ, ਆਰਸੀ ਦੀ ਗੱਲ ਕੀਤੀ ਆ। ਠੀਕ ਹੈ ਜੀ। ਤੇ ਸੱਚ ਨੂੰ ਪੇਸ਼ ਕਰਨਾ ਹੀ ਸਵੈ ਜੀਵਨੀ ਦਾ ਅਸਲ ਮਨੋਰਥ ਹੈ। ਅਗਲਾ ਬੜਾ ਅਹਿਮ ਨੁਕਤਾ ਆ ਕਿ ਸਥਾਪਿਤ ਲੇਖਕ ਆਪਣੀ ਕਿਰਤ ਵਿਚਲੇ ਸੱਚ ਦੀ ਪ੍ਰਤੀਨਿਧਤਾ ਨੂੰ ਸਪਸ਼ਟ ਕਰਨ ਲਈ ਸਵੈ ਜੀਵਨੀ ਲਿਖਦੇ ਹਨ। ਇਹਨੂੰ ਸਮਝਣ ਦੀ ਲੋੜ ਆ ਕਿ ਵੱਡੇ ਲੇਖਕ ਜਿਹੜੇ ਨੇ, ਸਥਾਪਿਤ ਸਾਹਿਤਕਾਰ ਨੇ, ਉਹ ਜਿਹੜੀਆਂ ਉਹਨਾਂ ਨੇ ਲਿਖਤਾਂ ਲਿਖੀਆਂ ਹੁੰਦੀਆਂ, ਕਵਿਤਾਵਾਂ, ਲੇਖ, ਨਾਵਲ, ਜਦੋਂ ਉਹ ਉਹਨਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਆ, ਸੱਚ ਦੇ ਪ੍ਰਤੀਨਿਧ ਰੱਖਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਹ ਆਪਣੀ ਸਵੈ ਜੀਵਨੀ ਦੇ ਵਿੱਚ ਉਹਨਾਂ ਗੱਲਾਂ ਦਾ ਜ਼ਿਕਰ ਕਰਦੇ ਆ ਜੋ ਆਪਣੀਆਂ ਆਮ ਕਿਤਾਬਾਂ ਦੇ ਵਿੱਚ ਉਹਨਾਂ ਨੇ ਨਹੀਂ ਕੀਤਾ ਹੁੰਦਾ। ਜਿਵੇਂ ਮੰਨ ਲਓ ਅੰਮ੍ਰਿਤਾ ਪ੍ਰੀਤਮ ਦਾ ਕੋਈ ਨਾਵਲ ਹੋ ਗਿਆ, ਉਹਦੇ ਵਿੱਚ ਜੋ ਮੇਨ ਨਾਇਕ ਨੇ ਉਹ ਕੌਣ ਸੀ, ਅਸਲ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਦੇਖੇ ਹੋਣਗੇ ਨਾ, ਕਿਤੇ ਨਾ ਕਿਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੋਊਗਾ। ਇਸੇ ਤਰ੍ਹਾਂ ਹੀ ਗੁਰਦਿਆਲ ਸਿੰਘ ਦੇ ਪਰਸਾ ਨਾਵਲ ਦੀ ਗੱਲ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਵੱਖ ਜਿੰਨੇ ਵੀ ਨਾਵਲਕਾਰ, ਨਾਟਕਕਾਰ, ਕਹਾਣੀਕਾਰ, ਕਵੀ ਨੇ। ਡਾਕਟਰ ਸੁਰਜੀਤ ਪਾਤਰ ਕਹਿੰਦੇ ਹੁੰਦੇ ਆ ਕਿ ਮੈਂ ਕਵਿਤਾ ਲਿਖੀ ਸੀ
ਲੁਧਿਆਣੇ ਦੇ ਪੁਲ ਦੇ ਉੱਪਰੋਂ ਲੰਘਦਿਆਂ ਹੋਇਆਂ ਜਦੋਂ ਮੈਨੂੰ ਲੱਗਾ ਕਿ ਇਹ ਸਾਰੇ ਰੁੱਖ ਨੇ, ਇਹ ਰੁੱਖ ਨਹੀਂ ਹੈਗੇ, ਇਹ ਉਹ ਬੰਦੇ ਨੇ ਜਿਹੜੇ ਇਨਸਾਫ ਲੈਣ ਦੇ ਲਈ ਆਏ ਸੀ, ਪਰ ਇਨਸਾਫ ਨਹੀਂ ਮਿਲਿਆ ਤਾਂ ਇਹ ਇੱਥੇ ਹੀ ਜੜਵੱਤ ਹੋ ਗਏ, ਹੈ ਕਿ ਨਹੀਂ। ਉਹ ਲਿਖਦੇ ਨੇ ਨਾ ਆਪਣੀ ਕਵਿਤਾ ਦੇ ਵਿੱਚ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਹੋ ਗਈ ਤਾਂ ਮੇਰੇ ਯਾਰ ਮੇਰਾ ਜੀਣਾ ਕਿੰਜ ਸਹਿਣਗੇ। ਉਸ ਕਵਿਤਾ ਨੂੰ ਪੜ੍ਹਿਓ, ਸੁਣਿਓ ਤਾਂ ਉਹਦੇ ਵਿੱਚ ਜ਼ਿਕਰ ਆਉਂਦਾ ਆ। ਉਹਨਾਂ ਨੇ ਬਹੁਤ ਵਾਰ ਇਹਦੀ ਵਿਆਖਿਆ ਕੀਤੀ ਆ। ਇਹਨਾਂ ਨੂੰ ਕਹੋ ਕਿ ਉਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਜਦੋਂ ਉਹ ਇਹਦੀ ਵਿਆਖਿਆ ਕਰਦੇ ਨੇ ਤਾਂ ਇਹ ਗੱਲਾਂ ਉਹ ਆਪਣੀ ਸਵੈ ਜੀਵਨੀ ਦੇ ਵਿੱਚ ਜ਼ਿਕਰਯੋਗ ਕਰ ਸਕਦੇ ਨੇ। ਤੇ ਆਪਾਂ ਅੱਗੇ ਤੁਰਦੇ ਹਾਂ, ਕਿਉਂਕਿ ਆਪਾਂ ਸਵੈ ਜੀਵਨੀ ਦੀ ਗੱਲ ਕਰ ਰਹੇ ਹਾਂ, ਸਵੈ ਜੀਵਨੀ ਦੇ ਬਾਬਤ ਵਿਚਾਰ ਚਰਚਾ ਕਰ ਰਹੇ ਹਾਂ। ਸਵੈ ਜੀਵਨੀ 'ਚ ਲੇਖਕ ਆਪਣੇ ਆਪੇ ਦੀ ਤਲਾਸ਼ ਕਰਦਾ ਹੈ, ਵੈਰੀ ਇੰਪੋਰਟੈਂਟ। ਤੇ ਆਪਣੇ ਆਪੇ ਨੂੰ ਪਛਾਣਨਾ ਸਵੈ ਜੀਵਨੀ ਦਾ ਮੂਲ ਧੁਰਾ ਮੰਨਿਆ ਜਾਂਦਾ ਆ। ਠੀਕ ਹੈ ਜੀ, ਇਸ ਚੀਜ਼ ਨੂੰ ਵੀ ਸਮਝਣਾ ਬੜਾ ਜ਼ਰੂਰੀ ਆ। ਇਉਂ ਹੀ ਸਵੈ ਜੀਵਨੀ ਆਤਮ ਬਿਰਤਾਂਤ ਬਣਦੀ ਹੈ ਤੇ ਸਵੈ ਜੀਵਨੀ ਆਪੇ ਵੱਲੋਂ ਆਪੇ ਦੀ ਸਹੀ ਤੇ ਸਮੁੱਚੀ ਸਿਰਜਣਾ ਦਾ ਨਾਂ ਹੈ। ਇਹ ਨੁਕਤਿਆਂ ਨੂੰ ਨੋਟ ਕਰ ਲਵੋ, ਇਹਨਾਂ ਤੋਂ ਬਿਨਾਂ ਆਪਾਂ ਸਵੈ ਜੀਵਨੀ ਨੂੰ ਆਧਾਰ ਨਹੀਂ ਦੇ ਸਕਦੇ, ਸਵੈ ਜੀਵਨੀ ਬਾਰੇ ਵਿਸਥਾਰ ਨਹੀਂ ਆਪਾਂ ਪੜ੍ਹ ਸਕਦੇ। ਤੇ ਸਵੈ ਜੀਵਨੀ ਦਾ ਵਿਸ਼ਾ ਲੇਖਕ ਦਾ ਆਪਣਾ ਜੀਵਨ ਹੁੰਦਾ ਹੈ। ਲੇਖਕ ਆਪਣੇ ਆਪ ਨੂੰ ਵਿਸ਼ੇ ਵਜੋਂ ਦੂਰ ਫਾਸਲੇ ਤੇ ਰੱਖ ਕੇ ਵਾਚਦਾ ਹੈ। ਇਉਂ ਲੇਖਕ ਨੇ ਆਪਣੇ ਆਪ ਨੂੰ ਭੁੱਲਣਾ ਵੀ ਹੁੰਦਾ ਹੈ ਤੇ ਯਾਦ ਵੀ ਕਰਨਾ ਹੁੰਦਾ ਆ। ਯਾਦ ਜ਼ਰੂਰੀ ਗੱਲਾਂ ਨੂੰ ਕਰਨਾ ਹੁੰਦਾ ਆ ਤੇ ਗੈਰ ਜ਼ਰੂਰੀ ਗੱਲਾਂ ਨੂੰ ਉਹਨੇ ਭੁੱਲਣਾ ਵੀ ਹੁੰਦਾ ਆ। ਇਸ ਤਰ੍ਹਾਂ ਹੀ ਸਵੈ ਜੀਵਨੀ ਤਜਰਬਿਆਂ ਦਾ ਸੰਗ੍ਰਹਿ ਹੈ। ਇਹ ਬਹੁਤ ਇੰਪੋਰਟੈਂਟ ਆ। ਸਵੈ ਜੀਵਨੀ ਤਜਰਬਿਆਂ ਦਾ ਜਾਂ ਅਨੁਭਵਾਂ ਦਾ ਸੰਗ੍ਰਹਿ ਹੈ। ਤਜਰਬਿਆਂ, ਅਨੁਭਵਾਂ ਤੇ ਭਾਵਾਂ ਦੀ ਸਿਲਸਿਲੇਵਾਰ ਲੜੀ ਨੂੰ ਪੇਸ਼ ਕਰਨਾ ਹੀ ਸਵੈ ਜੀਵਨੀ ਹੁੰਦੀ ਹੈ। ਵਾਹ, ਇਹ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਬੜੇ ਕੰਮ ਆਉਣ ਵਾਲੀਆਂ ਆ। ਸਵੈ ਜੀਵਨੀ ਸਵੈ ਪੜਚੋਲ ਹੁੰਦੀ ਹੈ, ਇਹ ਵੀ ਨੋਟ ਕਰ ਲਵੋ। ਸਵੈ ਜੀਵਨੀ ਇੱਕ ਖਿੜਕੀ ਜਾਂ ਝਰੋਖਾ ਹੈ ਜਿਸ ਥਾਣੀ ਅਸੀਂ ਮਹਾਨ ਵਿਅਕਤੀਆਂ ਦੇ ਮਨ ਅੰਦਰ ਝਾਤੀ ਪਾ ਸਕਦੇ ਹਾਂ। ਇਹ ਤਾਂ ਬਹੁਤ ਵਾਰ ਪੇਪਰਾਂ 'ਚ ਆਇਆ। ਉਹ ਡੈਸ਼ ਹੈ ਜਿਸ ਰਾਹੀਂ ਅਸੀਂ ਮਹਾਨ ਵਿਅਕਤੀਆਂ ਦੇ ਮਨ ਅੰਦਰ ਝਾਤੀ ਪਾ ਸਕਦੇ ਹਾਂ। ਝਰੋਖਾ ਜਾਂ ਖਿੜਕੀ ਕਿਹੜੀ ਚੀਜ਼ ਆ? ਸਵੈ ਜੀਵਨੀ। ਇਹ ਵੀ ਨੋਟ ਕਰ ਲਵੋ, ਇਹ ਬਹੁਤ ਅਹਿਮ ਆ। ਸਵੈ ਜੀਵਨੀ ਅੰਦਰਲੇ ਭਾਵਾਂ ਤੇ ਬਾਹਰਲੇ ਅਨੁਭਵਾਂ ਨੂੰ ਬਿਰਤਾਂਤਕ ਸ਼ੈਲੀ ਵਿੱਚ ਪੇਸ਼ ਕਰਨ ਦੀ ਕਲਾ ਹੁੰਦੀ ਹੈ। ਠੀਕ ਹੈ ਜੀ। ਤੇ ਮਾਨਸਿਕ ਸੰਤਾਪ ਨੂੰ ਤਸੱਲੀ ਦੇਣ ਲਈ ਕਈ ਵਾਰ ਸਵੈ ਜੀਵਨੀ ਜਨਮ ਲੈਂਦੀ ਹੈ। ਜਦੋਂ ਬੰਦਾ ਆਪਣੇ ਆਪ ਨੂੰ ਸੰਤਾਪ ਦੇ ਵਿੱਚ ਮਹਿਸੂਸ ਕਰਦਾ ਤਾਂ ਉਹ ਆਪਣੇ ਆਪ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ, ਤਾਂ ਅਜਿਹੇ ਵਿੱਚ ਜੋ ਸਿਰਜਣਾ ਹੁੰਦੀ ਆ ਉਸ ਨੂੰ ਸਵੈ ਜੀਵਨੀ ਦਾ ਨਾਮ ਦਿੱਤਾ ਜਾਂਦਾ ਆ। ਇਹਨੂੰ ਤੁਸੀਂ ਆਪਣੇ ਜ਼ਿਹਨ 'ਚ ਬਿਠਾ ਲਓ। ਇਹਦੇ ਬਾਰੇ ਮੈਂ ਗੱਲ ਕਿਤੇ ਕਰੂੰਗਾ ਅਗਾਂਹ ਜਾ ਕੇ। ਇੱਕ ਪ੍ਰਸਿੱਧ ਵਿਦਵਾਨ ਹੋਇਆ ਰੂਸੋ ਨੇ ਆਪਣੀ ਸਵੈ ਜੀਵਨੀ ਕਨਫੈਸ਼ਨਸ ਵਿੱਚ ਲਿਖਿਆ ਹੈ ਕਿ ਕੋਡ ਆ, ਕਰ ਲਓ ਇਹਨੂੰ, ਇਹ ਕਥਨ ਆ, ਹੂਬਹੂ ਮੈਂ ਪੜ੍ਹਨ ਲੱਗਾ। ਜਦੋਂ ਰੱਬ ਵੱਲੋਂ ਮੈਨੂੰ ਬੁਲਾਵਾ ਆਵੇਗਾ ਤਾਂ ਮੈਂ ਆਪਣੀ ਸਵੈ ਜੀਵਨੀ ਉਸ ਅੱਗੇ ਪੇਸ਼ ਕਰਾਂਗਾ ਅਤੇ ਕਹਾਂਗਾ ਕਿ ਹੇ ਈਸ਼ਵਰ, ਮੈਂ ਇਸ ਤਰ੍ਹਾਂ ਸੰਸਾਰ ਵਿੱਚ ਵਿਚਰਿਆ ਹਾਂ। ਮੈਂ ਆਪਣੇ ਪਾਪ ਤੇ ਪੁੰਨ ਤੇਰੇ ਸਾਹਮਣੇ ਪੇਸ਼ ਕਰਦਾ ਹਾਂ। ਇਹ ਕਥਨ ਜਿਹੜਾ ਆ ਰੂਸੋ ਨੇ ਆਪਣੀ ਸਵੈ ਜੀਵਨੀ ਕਨਫੈਸ਼ਨਸ ਦੇ ਵਿੱਚ ਲਿਖਿਆ ਆ। ਠੀਕ ਹੈ ਜੀ, ਅੱਗੇ ਤੁਰੀਏ ਆਪਾਂ। ਤਾਂ ਸਵੈ ਜੀਵਨੀ ਮਨੁੱਖ ਸੰਬੰਧੀ ਮਨੁੱਖ ਦੀ ਸਿਰਜਣਾ ਹੈ। ਇਹ ਤਾਂ ਬਹੁਤ ਅਹਿਮ ਗੱਲਾਂ ਹੋ ਰਹੀਆਂ ਨੇ ਅੱਜ। ਸਵੈ ਜੀਵਨੀ ਜਿਹੜੀ ਆ ਉਹ ਮਨੁੱਖ ਸੰਬੰਧੀ ਮਨੁੱਖ ਦੀ ਸਿਰਜਣਾ ਆ। ਠੀਕ ਹੈ ਜੀ, ਇਹ ਵੀ ਨੋਟ ਕਰ ਲਵੋ। ਸਵੈ ਜੀਵਨੀ ਦੀਆਂ ਕੁਝ ਕਮਜ਼ੋਰੀਆਂ ਵੀ ਹੁੰਦੀਆਂ ਨੇ, ਉਹ ਕਮਜ਼ੋਰੀਆਂ ਵੀ ਨੋਟ ਕਰ ਲਓ, ਪੇਪਰ 'ਚ ਪੁੱਛੀਆਂ ਜਾ ਸਕਦੀਆਂ ਨੇ। ਸਵੈ ਜੀਵਨੀ ਅਸਥਿਰ ਤੇ ਚਲੰਤ ਹੋਣ ਕਰਕੇ ਲੋੜੀਂਦੇ ਨਿਯਮਾਂ ਤੇ ਵਿਧਾਨਾਂ ਦੇ ਵਿੱਚ ਨਹੀਂ ਬੰਨੀ ਜਾ ਸਕਦੀ। ਦੂਜੀ ਗੱਲ, ਸਵੈ ਜੀਵਨੀ ਕਦੀ ਵੀ ਸੰਪੂਰਨ ਨਹੀਂ ਹੋ ਸਕਦੀ, ਕਦੀ ਵੀ ਨਹੀਂ ਸੰਪੂਰਨ ਹੋ ਸਕਦੀ। ਠੀਕ ਹੈ ਜੀ, ਕਿਉਂਕਿ ਬੰਦੇ ਨੂੰ ਜਨਮ ਬਾਰੇ ਤਾਂ ਪਤਾ ਆ ਪਰ ਆਪਣੇ ਆਖਰੀ ਸਮੇਂ ਬਾਰੇ ਨਹੀਂ ਪਤਾ, ਉਹ ਲਿਖ ਨਹੀਂ ਸਕਦਾ ਪਹਿਲਾਂ। ਇਸ ਕਰਕੇ ਸਵੈ ਜੀਵਨੀ ਕਦੀ ਵੀ ਸੰਪੂਰਨ ਨਹੀਂ ਹੋ ਸਕਦੀ। ਸਵੈ ਜੀਵਨੀ 'ਚ ਲੇਖਕਾਂ ਵੱਲੋਂ ਸੁਚੱਜੇ ਪੱਖਾਂ ਨੂੰ ਹੀ ਪੇਸ਼ ਕੀਤਾ ਜਾਂਦਾ ਹੈ, ਕਈ ਵਾਰ ਬੁਰੇ ਪ੍ਰਭਾਵਾਂ ਨੂੰ ਛੋਹਿਆ ਹੀ ਨਹੀਂ ਜਾਂਦਾ। ਇਹ ਵੀ ਕਿਸੇ ਸਵੈ ਜੀਵਨੀ ਦੀ ਵੱਡੀ ਕਮਜ਼ੋਰੀ ਮੰਨੀ ਜਾਂਦੀ ਆ।
ठीक है जी। तो आखिरी नुकता नोट करो, ਮੰਨਿਆ ਜਾਂਦਾ कि ਸਵੈ ਜੀਵਨੀ ਲਿਖਣਾ ਲੋਹੇ ਦੇ ਚਣੇ ਚਬਾਉਣ ਦੇ ਬਰਾਬਰ ਹੈ। ਇਹ ਮੰਨਿਆ ਜਾਂਦਾ ਕਿ ਲੋਹੇ ਦੇ ਚਣੇ ਚਬਾਉਣੇ ਤੇ ਸਵੈ ਜੀਵਨੀ ਲਿਖਣਾ ਸੇਮ ਗੱਲਾਂ ਆ, ਇੱਕੋ ਜਿਹੀਆਂ ਗੱਲਾਂ ਨੇ। ਠੀਕ ਹੈ ਜੀ। ਤੇ ਇਹ ਸੀ ਕੁਝ ਸਵੈ ਜੀਵਨੀ ਬਾਰੇ ਚਰਚਾ। ਆਪਾਂ ਇੱਕ ਦੋ ਗੱਲਾਂ ਹੋਰ ਕਰਾਂਗੇ ਤੇ ਬਾਕੀ ਗੱਲਾਂ ਸਵੈ ਜੀਵਨੀ ਦੇ ਦੂਜੇ ਭਾਗ ਦੇ ਵਿੱਚ, ਦੂਜੇ ਲੈਕਚਰ ਦੇ ਵਿੱਚ ਆਪਾਂ ਕਰਾਂਗੇ, ਕਿਉਂਕਿ ਆਪਾਂ ਵਿਸਥਾਰ ਵਿੱਚ ਹਵਾਲਿਆਂ ਸਹਿਤ ਗੱਲ ਕਰਨੀ ਹੁੰਦੀ ਆ, ਲੈਕਚਰ ਬਹੁਤਾ ਲੰਮਾ ਨਾ ਹੋਵੇ, ਇਸ ਕਰਕੇ ਆਪਾਂ ਦੂਜੇ ਭਾਗ ਦੇ ਵਿੱਚ ਬਾਕੀ ਗੱਲਾਂ ਕਰਾਂਗੇ। ਹੁਣ ਆਪਾਂ ਇੱਕ ਦੋ ਗੱਲਾਂ ਜ਼ਰੂਰ ਨੋਟ ਕਰ ਲਈਏ। ਪੰਜਾਬੀ ਸਾਹਿਤ ਵਿੱਚ ਪਹਿਲੀ ਅਨੁਵਾਦਿਤ ਸਵੈ ਜੀਵਨੀ ਸੱਤ ਦੀ ਪ੍ਰਾਪਤੀ ਦੇ ਯਤਨ, ਮਹਾਤਮਾ ਗਾਂਧੀ ਦੀ ਸਵੈ ਜੀਵਨੀ ਆ ਇਹ, ਜਿਹਦਾ ਅਨੁਵਾਦ ਪ੍ਰੋਫੈਸਰ ਨਿਰੰਜਨ ਸਿੰਘ ਨੇ ਕੀਤਾ ਸੀ। ਸਨ 1928 ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਸੀ। ਇਹ ਪੰਜਾਬੀ ਦੀ ਪਹਿਲੀ ਅਨੁਵਾਦਿਤ ਸਵੈ ਜੀਵਨੀ ਆ। ਠੀਕ ਹੈ ਜੀ। ਤੇ ਪੰਜਾਬੀ ਵਿੱਚ ਮੌਲਿਕ ਪਹਿਲੀ ਸਵੈ ਜੀਵਨੀ ਆਰਸੀ ਆ, ਜਿਹਨੂੰ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਲਿਖਿਆ ਸੀਗਾ। ਇਹ ਪਹਿਲੀ ਮੌਲਿਕ ਸਵੈ ਜੀਵਨੀ ਆ ਪੰਜਾਬੀ ਦੀ, ਆਰਸੀ। ਸਨ 1952 ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਸੀ। ਜੇ ਆਪਾਂ ਆਰਸੀ ਦੇ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਕਰਨੀਆਂ ਹੋਣ ਤਾਂ ਤੁਸੀਂ ਜ਼ਰੂਰ ਨੋਟ ਕਰੋ, ਆਰਸੀ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀ ਅਨੁਭਵੀ ਸ਼ੈਲੀ ਵਧੇਰੇ ਨਿਖਰ ਕੇ ਸਾਹਮਣੇ ਆਈ ਆ ਤੇ ਆਰਸੀ ਵਿੱਚ ਮੌਲਿਕ ਬ੍ਰਿਤਾਂਤ ਵਾਲਾ ਰਸ ਮਿਲਦਾ ਆ। ਲੇਖਕ ਦੇ ਬਿਆਨ 'ਚ ਲੇਖਕ ਦੀ ਜੀਵਨੀ ਦਾ ਪੱਖ ਅਤੇ ਤਤਕਾਲੀਨ ਸਮਾਜਿਕ ਯਥਾਰਥ ਦੇ ਚਿੱਤਰਾਂ ਤੇ ਇਤਿਹਾਸਕ ਤੱਥਾਂ ਨਾਲ ਭਰਪੂਰ ਇਹ ਸਵੈ ਜੀਵਨੀ ਸਾਨੂੰ ਮਿਲਦੀ ਆ। ਮਤਲਬ ਕਿ ਇਹ ਇੱਕ ਸਫਲ ਸਵੈ ਜੀਵਨੀ ਦੀ ਉਦਾਹਰਣ ਮੰਨੀ ਜਾ ਸਕਦੀ ਆ। ਤੇ ਆਰਸੀ ਵਿੱਚ ਆਪਣੇ ਨਿੱਜੀ ਘਰੋਗੀ ਜੀਵਨ ਬਾਰੇ, ਸਮਕਾਲੀ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸਾਹਿਤਕ ਪ੍ਰਸਥਿਤੀਆਂ ਬਾਰੇ, ਅੰਗਾਂ ਸਾਕਾਂ, ਦੋਸਤਾਂ ਮਿੱਤਰਾਂ ਬਾਰੇ ਨਿਰਪੱਖ ਤੇ ਨਿਸ਼ਕਪਟ ਟੀਕਾ ਟਿੱਪਣੀ ਕੀਤੀ ਗਈ ਸਾਨੂੰ ਮਿਲਦੀ ਆ। ਤੇ ਇਸ ਕਰਕੇ ਜਿਹੜੀ ਆਰਸੀ ਆ ਉਹ ਇੱਕ ਸਫਲ ਸਵੈ ਜੀਵਨੀ ਦੀ ਉਦਾਹਰਣ ਆ। ਤੇ ਮੈਨੂੰ ਉਮੀਦ ਆ ਕਿ ਪਿਆਰੇ ਵਿਦਿਆਰਥੀਓ ਤੁਸੀਂ ਬਹੁਤ ਕੁਝ ਸਿੱਖ ਰਹੇ ਹੋਵੋਗੇ, ਬਹੁਤ ਚੀਜ਼ਾਂ ਤੁਸੀਂ ਨਵੀਆਂ ਪਹਿਲੀ ਵਾਰ ਸੁਣੀਆਂ ਹੋਣਗੀਆਂ। ਤੁਹਾਡੇ ਕਮੈਂਟ ਦੀ ਮੈਨੂੰ ਉਡੀਕ ਰਹਿੰਦੀ ਆ। ਚੜ੍ਹਦੀ ਕਲਾ ਵਿੱਚ ਰਹੋ ਤੇ ਆਓ ਆਪਾਂ ਪੰਜਾਬੀ ਵਿੱਚ ਮਹਾਰਤ ਲਈ ਜੋ ਕਦਮ ਪੁੱਟੇ ਹੋਏ ਨੇ ਉਹਨਾਂ ਵੱਲ ਅੱਗੇ ਵਧਦੇ ਜਾਈਏ। ਜ਼ਿੰਦਾਬਾਦ, ਚੜ੍ਹਦੀ ਕਲਾ ਵਿੱਚ ਰਹੋ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।